एक टेक तू लहा बिडानियास, नानक नाम तिहाइयै कारज आवै रास। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। मारू महला पहला घर पहला, करनी कागद मन मसवाणी, बुरा भला दोए लेख पए, ज्यों ज्यों किरत चलाए त्यों चलिए, तौ गुण नाही अंतहारे। चित चेतस की नहीं बावरिया, हर बिसरत तेरे गुण गलिया। चित चेतस की नहीं बावरिया, हर बिसरत तेरे गुण गलिया। रहा जाली रहना जाल दिन हुआ, जेती घड़ी फाही तेती, रस रस चोग चुगै नित फासैं, छूट समूड़े कमण गुणी। काया आरण मन विच लोहा, काया आरण मन विच लोहा, पंच अगन तित लाग रही, कोयले पाप पड़े तिस ऊपर, कोयले पाप पड़े तिस ऊपर। मन जलिया सन्नी चिंत भई, भया मनूर कंचन फिर होवै, जे गुर मिलै तनेहा। एक नाम अमृत ओ देवै, तौ नानक तृष्ट सदेहा। भया मनूर कंचन फिर होवै, जे गुर मिलै तनेहा। एक नाम अमृत ओ देवै, तौ नानक तृष्ट सदेहा। परम सन्मान योग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। सतगुर जी की गोद विच बैठ के सिख कौम के महान जरनैल महान योधे अति सत्कारयोग बाबा दीप सिंह जी के जन्म दिहाड़े नूं समर्पित रखे हुए इन्हां गुरमत समागमां दे विच पहले दीवान की आपां सारे हाज़री भर रहे हाँ। बाबा दीप सिंह तिन्हां दा जन्म 1682 ईस्वी नूं माझे की धरती का पिंड पहूविंड जिस विच भाई भगता जी के घर हुंदा है 1757 विच दरबार साहब की बेदबी का बदला लेंदियां होइयां
ਬਾਬਾ ਦੀਪ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਉਹਨਾਂ ਦੀ ਕੁੱਲ ਆਯੂ ਉਮਰ 82 ਤੋਂ ਲੈ ਕੇ 57 ਤੱਕ 75 ਸਾਲ ਦੇ ਕਰੀਬ ਬਣਦੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਦੇ ਕਈ ਉਤਾਰੇ ਕੀਤੇ, ਬਾਣੀ ਲਿਖੀ, ਜਿੱਥੇ ਉਹਨਾਂ ਦੇ ਕੋਲ ਜੰਗ ਵਿੱਚ ਵਰਤਣ ਵਾਲੇ ਹਰ ਤਰੀਕੇ, ਹਰ ਨੀਤੀ ਉਹਨਾਂ ਨੂੰ ਯੁੱਧ ਵਿੱਚ ਵਰਤਣੀ ਆਉਂਦੀ ਸੀ। ਇਹ ਸਭ ਕੰਮਾਂ ਵਿੱਚ ਬਾਬਾ ਦੀਪ ਸਿੰਘ ਜੀ ਨਿਪੁੰਨ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 16 ਸਾਲ ਬਾਬਾ ਦੀਪ ਸਿੰਘ ਜੀ ਉਮਰ ਵਿੱਚ ਛੋਟੇ ਨੇ। 66 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ 82 ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਪਹੂਵਿੰਡ ਦੀ ਧਰਤੀ 'ਤੇ ਹੁੰਦਾ ਹੈ। ਆਓ ਸਾਡਾ ਫਰਜ਼ ਬਣਦਾ ਹੈ, ਜਿਸ ਬਾਣੀ ਤੋਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਪ੍ਰੇਰਨਾ ਲਈ ਹੈ, ਬਾਣੀ ਨੂੰ ਜਿਊਆ ਹੈ, ਅਸੀਂ ਵੀ ਉਸ ਬਾਣੀ ਵਿੱਚੋਂ ਉਪਦੇਸ਼ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਹੁਣੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਰਾਗ ਮਾਰੂ ਵਿੱਚ ਘਰ ਪਹਿਲੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 990 ਦੇ ਉੱਪਰ ਸੁਭਾਇਮਾਨ ਹੈ। ਆਓ ਸਤਿਗੁਰ ਜੀ ਦੇ ਅਮੋਲਕ ਬਚਨ, ਅਮੋਲਕ ਤਾਂ ਕਹੀਦੇ ਨੇ ਵੀ ਇਹਨਾਂ ਦੀ ਕੀਮਤ ਕੋਈ ਨਹੀਂ। ਸੰਸਾਰ 'ਚ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੀ ਕੀਮਤ ਪੈ ਜਾਂਦੀ ਹੈ ਅਤੇ ਲੋਕ ਖਰੀਦੇ ਜਾਂਦੇ ਨੇ। ਬਾਣੀ ਅਮੋਲਕ ਇਸ ਕਰਕੇ ਹੈ ਵੀ ਇਹਦੀ ਕੋਈ ਕੀਮਤ ਨਿਰਧਾਰਿਤ ਨਹੀਂ ਕਰ ਸਕਦਾ। ਇਹ ਅਮੋਲਕ ਹੈ। ਅਮੁੱਲ ਗੁਣ ਨਹੀਂ ਬਾਣੀ 'ਚ ਸ਼ਬਦ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਅਮੁੱਲ ਗੁਣ ਅਮੁੱਲ ਭੰਡਾਰ। ਤੋ ਇਹ ਅਮੁੱਲ ਗੁਣ ਨੇ, ਭੰਡਾਰੇ ਵੀ ਅਮੁੱਲ ਨੇ। ਕਾਸ਼ ਕਿਤੇ ਸਾਨੂੰ ਇਹ ਖਜ਼ਾਨੇ ਆਪਣੀ ਜ਼ਿੰਦਗੀ ਵਿੱਚ ਵਰਤਣੇ ਆ ਜਾਣ। ਮਨੁੱਖ ਅਮੀਰ ਇਸ ਕਰਕੇ ਹੈ ਕਿ ਇਹਦੇ ਅੰਦਰ ਇੱਕ ਖਜ਼ਾਨਾ ਹੈ, ਜਿਹਨੂੰ ਸਤਿਗੁਰ ਨੇ ਬਾਣੀ 'ਚ ਇੰਝ ਪੇਸ਼ ਕੀਤਾ ਹੈ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਖਜ਼ਾਨਾ ਤੇਰੇ ਅੰਦਰ ਹੀ ਹੈ, ਤੂੰ ਬਾਹਰੋਂ ਲੱਭਦਾ ਫਿਰਦਾ ਹੈ। ਆਓ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਦੋ ਜ਼ਰੂਰੀ ਬੇਨਤੀਆਂ ਨੇ, ਜਿਹੜੀਆਂ ਮੈਂ ਹਰ ਸਟੇਜ 'ਤੇ ਕਰਨੀਆਂ ਜ਼ਰੂਰੀ ਸਮਝਦਾ, ਭਾਵੇਂ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਹਨਾਂ ਗੱਲਾਂ ਉੱਤੇ ਅਸੀਂ ਅੱਗੋਂ ਪਿੱਛੋਂ ਵੀ ਪਹਿਰਾ ਦਈਏ। ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹੋ, ਕਿਸੇ ਘਰ ਮਹਾਰਾਜ ਦਾ ਪ੍ਰਕਾਸ਼ ਹੈ, ਕਿਸੇ ਸਮਾਗਮ ਜਾਂਦੇ ਹੋ, ਜਦੋਂ ਆਪਣਾ ਜੋੜਾ ਉਤਾਰਦੇ ਹੋ, ਜੋੜਾ ਉਤਾਰਨ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਰਿੰਗ ਬੰਦ ਕਰ ਲਿਆ ਕਰੋ। ਇਹ ਮੈਂ ਆਪਣੇ ਵੱਲੋਂ ਹਰ ਸਟੇਜ 'ਤੇ ਇੱਕ ਬੇਨਤੀ ਕਰਦਾ। ਜਦੋਂ ਗੁਰੂ ਦਰਬਾਰ 'ਚ ਮੋਬਾਈਲ ਦੀ ਰਿੰਗ ਵੱਜਦੀ ਹੈ, ਉਹਨੂੰ ਤੁਸੀਂ ਆਪ ਹੀ ਸੋਚ ਕੇ ਵੇਖਿਓ, ਚੰਗਾ ਕਿਸੇ ਨੂੰ ਨਹੀਂ ਲੱਗਦਾ। ਹੁਣ ਕਈਆਂ ਨੇ ਮੋਬਾਈਲ ਮਹਿੰਗੇ ਲਏ ਹੁੰਦੇ ਨੇ, ਕਈਆਂ ਨੂੰ ਮੁੜ ਕੇ ਉਹਦੇ ਮੋਬਾਈਲ ਦੀ ਰਿੰਗ ਬੰਦ ਕਰਨੀ, ਉੱਚੀ ਬੋਲੋ ਜੀ, ਹੁਣ ਆਉਂਦੀ ਨਹੀਂ। ਉਹ ਫਿਰ ਗਲਾ ਘੁੱਟਣ ਦੀ ਬਥੇਰੀ ਕੋਸ਼ਿਸ਼ ਕਰਦੇ ਆ, ਪਰ ਉਹਨਾਂ ਕੋਲ ਉਹਦਾ ਗਲ ਘੁੱਟਿਆ ਜਾਂਦਾ ਨਹੀਂ। ਸੌਖਾ ਤਰੀਕਾ ਹੈ, ਆ ਮੈਂ ਹੁਣ ਬੈਠਾ ਵਾਂ, ਇਸ ਤੋਂ ਬਾਅਦ ਵੀ ਦੀਵਾਨ ਲਾਉਣਾ ਹੈ, ਭਾਵੇਂ 3 ਘੰਟੇ ਲੱਗ ਜਾਣ, ਇਸ ਤੋਂ ਬਿਨਾਂ ਵੀ ਆਪਣਾ ਸਰ ਜਾਂਦਾ ਹੈ। ਪਰ ਅੱਜ ਮਨੁੱਖ ਇਹਨਾਂ ਚੀਜ਼ਾਂ ਦਾ ਇੰਨਾ ਗੁਲਾਮ ਹੋ ਗਿਆ ਵੀ ਰੋਟੀ ਖਾਂਦਿਆਂ ਵੀ ਉਹਦੇ ਵੱਲ ਵੇਂਦਾ ਹੈ। ਅੱਛਾ, ਅੱਧਾ ਪੌਣਾ ਘੰਟਾ ਜੇ ਰਿੰਗ ਨਹੀਂ ਵੱਜਦੀ ਤੇ ਉਹਨੂੰ ਲਾ ਕੇ ਵੇਂਦਾ ਵੀ ਕਿਤੇ ਸਿਗਨਲ ਪ੍ਰੋਬਲਮ ਹੀ ਨਾ ਹੋਵੇ। ਇਹ ਸੱਚ ਹੈ। ਕਿਸੇ ਬੰਦੇ ਦਾ ਕੋਈ ਮੋਬਾਈਲ ਗੁੰਮ ਹੋ ਜਾਏ, ਖਰਾਬ ਹੋ ਜਾਏ, ਤੁਹਾਨੂੰ ਇੰਝ ਲੱਗਦਾ ਜਿਵੇਂ ਮੇਰਾ ਅੰਗ ਵੱਢਿਆ ਗਿਆ ਕੋਈ, ਵੀ ਅੱਜ ਮੇਰੇ ਨਾਲ ਕੋਈ ਚੀਜ਼ ਹੈ ਹੀ ਨਹੀਂ। ਨਸ਼ਾ ਕਿਤੇ ਇਕੱਲਾ ਭੁੱਕੀ, ਅਫੀਮ, ਗਾਂਜਾ, ਹੈਰੋਇਨ, ਸ਼ਰਾਬ ਇਹਦਾ ਹੀ ਥੋੜ੍ਹਾ ਹੈ। ਇਹ ਵੀ ਇੱਕ ਨਸ਼ਾ ਹੈ, ਜਿਹਦਾ ਕੰਪਨੀਆਂ ਨੇ ਤੁਹਾਨੂੰ ਇਹੋ ਜਿਹਾ ਗੁਲਾਮ ਬਣਾਇਆ ਵੀ ਪਹਿਲਾਂ ਫ੍ਰੀ ਡਾਟਾ ਦਿੱਤਾ, ਜਦੋਂ ਨਸ਼ਾ ਲੱਗ ਗਿਆ ਕਹਿੰਦੇ ਹੁਣ 800 ਦਾ ਰੀਚਾਰਜ ਕਰਾਓ। ਪਹਿਲਾਂ ਫ੍ਰੀ ਨਸ਼ਾ ਲਾਇਆ। ਹੁਣ ਮੇਰਾ ਟੌਪਿਕ ਨਹੀਂ ਮੈਂ ਬੋਲਾਂ,
पर गल यह है भी पहला अगले फ्री जिवें नशेड़ी नहीं जो नशा लाते आ वो पहला उन्होंने टीमां बनाईयां होंदियां भी पहला अमीर परिवारों के बच्चे चुनो उन्होंने 15 दिन 20 दिन फ्री देना है जदों ओहदा आदी हो गया उन्हें फिर तुहाडे कोल आना फिर उसकी कीमत रखियो फिर अगला घर च मां दियां चूड़ियां भी चोरी करू बाप के परस नूं भी हथ फेरू तो जिहड़ी दुकान ते बवेगा उत्थे गल्ले चों भी हथ फेरू पहला फ्री दिओ जदों उहदा आदी हो गया फिर नहीं फिर उन्हें अपने आप पैसा लैके आना है। कंपनियां भी इस गल्लों तेज ने उन्हें पहला डाटा फ्री दिता रज के भी उन्होंने नशेड़ी बनाओ जिद को नहीं सी हैगा उन्होंने भी लैता कईयां ने भी सिम भी फ्री देंदे अगले जिवें पोलियो बूंदा नहीं सी थां थां ते पिआउण लई एयरपोर्ट रेलवे स्टेशन बस स्टैंड इदा अगलियां ने थां थां ते अपनियां दुकानां लातियां भी आ सिम फ्री लो टोल प्लाजियां ते लातियां भी इन्हां नूं इहो जिहा बना दो भी जिन्ने घर दे जी उन्नियां सिमां जिहड़ा दुध पींदा बच्चा बस ओहो ही बचे तो सुख ना कईयां ने दो दो भी रख ले बोलो जी हाँ जी बोलो भाई सुख ना कईयां ने दो दो भी रख ले तो खैर अजे मनुखां दा महंगाई बहुत है इदा कहदा ना एक निक्के तो निक्के कस्बे दे विच भी लखां दा रीचार्ज डेली हुंदा है जिहड़ा हवा 'च उड़ रहा है साडा जिहदा किसी नूं कोई फायदा बोलो नहीं हैगा। तो खैर आओ गुरु कृपा करे मेरी बेनती है शब्द की विचार आरंभ करन तो पहला एक तो अपने मोबाइल की रिंग बंद करो दूजा आड़े बच्चों की बाहर थले आवाज़ आ रही है एक दो वीर सेवा जरूर निभाओ क्योंकि बाणी की विचार बहुत ज़्यादा सुरत एकाग्र मंगती है। आओ सारे जाने विचारां की रंभता तो पहला फतेह बुलाओ तो गज के आखो साध संगत जी वाहिगुरू जी का खालसा वाहिगुरू जी की फतेह। आओ एक बार रल के रहाओ दियां तुकां दा पाठ कर लईए। तीन चीज़ां चेते रखियो शब्द गुरु नानक साहिब दा है राग मारू है 990 अंक है गुरु नानक साहिब जी का कोशिश करियो जिन्हां घरां च पोथियां ने आप जरूर पढ़ियो सारे पढ़ो एक बार। चित चेतस की नहीं बावरिया 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 हर बिसर तेरे गुण गले आ हर बिसर तेरे गुण गले आ वाह वाह। चित चेतस की नहीं बावरिया चित चेतस की नहीं बावरिया वाह वाह। करनी का गद मन मसवाणी करनी का गद मन मसवाणी बुरा भला दोय लेख पए बुरा भला दोय लेख पए ज्यों ज्यों किरत चलाए त्यों चलिए 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 तौ गुण नाही अंत हरे तौ गुण नाही अंत हरे वाह वाह। चित चेतस की नहीं बावरिया चित चेतस की नहीं बावरिया जाड़ी रैन जाल दिन हुआ जाड़ी रैन जाल दिन हुआ
जेती घड़ी फाही तेती, जेती घड़ी फाही तेती। वाह वाह। रस रस चोग चुगै नित फासै, रस रस चोग चुगै नित फासै। छूट समूड़े कवण गुणी, छूट समूड़े कवण गुणी। वाह वाह। काया आरण मन विच लोहा, काया आरण मन विच लोहा। काया आरण मन विच लोहा, काया आरण मन विच लोहा। पंच अगन तित लाग रही, पंच अगन तित लाग रही। वाह वाह। कोयले पा पड़े तिस ऊपर, कोयले पा पड़े तिस ऊपर। मन जलिया सन्नी चिंत पई, मन जलिया सन्नी चिंत पई। भया मनूर कंचन फिर होवै, भया मनूर कंचन फिर होवै। जे गुर मिलै तनेहा, जे गुर मिलै तनेहा। अमृत नाम एक अमृत नाम नानक ओ देवै, एक अमृत नाम नानक ओ देवै। तौ नानक तृष्ट सदेहा, तौ नानक तृष्ट सदेहा। चित चेतस की नहीं बावरया, चित चेतस की नहीं बावरया। गुरु नानक साहब जी बख्शिश कर ने चित, चित का अर्थ है मन। चित चेतस की नहीं, तू चेते क्यों नहीं करदा। घर विच बच्चा ना पढ़दा होवे, जिहड़ा पढ़ाई विच ध्यान ना दिंदा होवे, उहनूं कहना पैंदा पुੱਤ तू पढ़ाई विच ध्यान क्यों नहीं देंदा। जिहड़ा पहले पढ़ रहा होवे, ਜਿਹਦੇ नंबर भी वधिया आ रहे होण, ਉਹਨੂੰ ਇਹ ਗੱਲ ਕਹਿਣ ਦੀ ਲੋੜ ਪੈਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ ਨੇ, ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜੈ ਟੁੱਟੈ। ਇਹ ਗੱਲ ਮਹਾਰਾਜ ਨੂੰ ਤਾਂ ਕਹਿਣੀ ਪਈ ਨਾ, ਸਚਿਆਰਾ ਪੱਖ ਸਮਾਜ ਵਿੱਚ ਘਟਦਾ ਸੀ ਕਿ ਇਨਸਾਨ ਸੱਚਾ ਕਿਵੇਂ ਬਣੇ, ਸਚਿਆਰਾ ਕਿਵੇਂ ਬਣੇ, ਮਨੁੱਖ ਜ਼ਿੰਦਗੀ ਵਿੱਚ ਜਿਉਂ ਨਿਰਮਲ, ਬਾਹਰੋਂ ਨਿਰਮਲ ਕਿਵੇਂ ਬਣੇ। ਕਿਵੇਂ ਸਚਿਆਰਾ ਹੋਈ ਹੈ, ਸਾਰੇ ਬੋਲੋ ਜੀ, ਕਿਵੇਂ ਸਚਿਆਰਾ ਹੋਈ ਹੈ। ਕਿਵੇਂ ਕਿਵੇਂ ਇੱਕ ਕੁਐਸਚਨ ਹੈ। ਕਿਵੇਂ ਕੂੜਾ ਟੁੱਟੇ ਪਾਲ, ਕਿਵੇਂ ਉਹ ਪਾਲ ਟੁੱਟੇ, ਕਿਵੇਂ ਉਹ ਕੰਧ ਡਿੱਗੇ, ਜਿਹੜੀ ਕੰਧ ਇਹਦੇ ਤੇ ਸੱਚ ਮਾਲਕ ਕਾਲ ਪੁਰਖ ਦੇ ਦਰਮਿਆਨ ਖੜੀ ਹੋਈ ਹੈ। ਤੇ ਜਵਾਬ ਆਇਆ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜੀ ਇਹ ਦੀਵਾਰ ਬਣੀ ਹੈ ਡਿੱਗ ਪਵੇਗੀ ਜੇ ਤੂੰ ਉਹਦੀ ਰਜਾ ਵਿੱਚ ਤੁਰਨਾ ਸ਼ੁਰੂ ਕਰ ਦੇਵੇਂਗਾ। ਤੇ ਮਾਰਿਓ ਧਿਆਨ ਆਪਣੇ ਆਪਣੇ ਜੀਵਨ 'ਚ ਕਿ ਅੱਜ ਇਨਸਾਨ ਆਪਣੀ ਜ਼ਿੰਦਗੀ ਦੀ ਇੰਜ ਤਿਆਰੀ ਕਰ ਰਿਹਾ ਕਿ ਮੈਂ ਮਾਲਕ ਦੇ ਹੁਕਮ 'ਚ ਤੁਰ ਸਕਾਂ।
ਉਹਦਾ ਤੇ ਜ਼ੋਰ ਇਹ ਲੱਗਾ ਵੀ ਮੈਂ ਮਾਲਕ ਨੂੰ ਆਪਣੇ ਹੁਕਮ 'ਚ ਤੋਰ ਸਕਾਂ। ਸਾਡੀਆਂ ਅਰਦਾਸਾਂ ਨਹੀਂ, ਹੁਕਮ ਹੈ। ਅੱਜ ਕੋਈ ਇਹ ਕਹਿ ਰਿਹਾ ਕਿ ਮੈਨੂੰ ਤੁਹਾਡੀ ਰਜ਼ਾ ਵਿੱਚ ਤੁਰਨ ਦੀ ਜਾਚ ਆ ਜਾਏ। ਅੱਜ ਮਾਰੋ ਚੁਗਰਦੇ ਧਿਆਨ, ਗੁਰਦੁਆਰਿਆਂ 'ਚ ਅਰਦਾਸਾਂ ਹੋ ਰਹੀਆਂ ਨੇ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਕਦੀ ਕਿਸੇ ਨੇ ਇਹ ਕਿਹਾ ਮਾਲਕ ਸਭ ਕੁਝ ਮੇਰੇ ਕੋਲ ਹੈ, ਮੈਨੂੰ ਤੇਰੇ ਹੁਕਮ 'ਚ ਤੁਰਨਾ ਆ ਜਾਏ। ਮਾਰੋ ਧਿਆਨ, ਮਾਰ ਲਓ ਚੁਗਰਦੇ ਆਪਣੇ। ਅੱਜ ਜਿੰਨੀਆਂ ਸਾਡੀਆਂ ਗੁਰਦੁਆਰਿਆਂ 'ਚ ਅਰਦਾਸਾਂ ਹੋ ਰਹੀਆਂ ਨੇ, ਉਹ ਕਿਹੜੀਆਂ ਹੋ ਰਹੀਆਂ ਨੇ? ਮੈਨੂੰ ਦੇ ਅਰੋਗਤਾ ਚਾਹੀਦੀ ਹੈ, ਮੈਨੂੰ ਗੱਡੀ ਚਾਹੀਦੀ ਹੈ, ਮੇਰੇ ਪੁੱਤ ਦਾ ਵੀਜ਼ਾ ਲੱਗ ਜਾਏ, ਮੇਰੇ ਪੁੱਤ ਦਾ ਚੰਗੇ ਘਰ 'ਚ ਰਿਸ਼ਤਾ ਹੋ ਜਾਏ, ਮੇਰੀ ਦੁਕਾਨ ਚੱਲੇ, ਮੇਰਾ ਕਾਰੋਬਾਰ ਸੈੱਟ ਹੋ ਜਾਏ। ਹੋਰ ਜੀ, ਹੋਰ ਕੀ ਚਾਹੀਦਾ? ਇਹ ਸਮਾਨ ਮੰਗਿਆ ਜਾ ਰਿਹਾ। ਕੋਈ ਇਹ ਆਣ ਕੇ ਕਹਿੰਦਾ ਇਹ ਅਰਦਾਸ ਕਰੋ, ਮੇਰੀ ਔਕਾਤ ਤੋਂ ਜ਼ਿਆਦਾ ਰੱਬ ਨੇ ਪਹਿਲਾਂ ਹੀ ਦੇ ਦਿੱਤਾ ਹੈ, ਬਸ ਹੁਣ ਮੇਰੀ ਇਹ ਅਰਦਾਸ ਹੈ, ਮੈਨੂੰ ਤੇਰੀ ਰਜ਼ਾ 'ਚ ਤੁਰਨਾ ਆ ਜਾਏ। ਸਾਡਾ ਜ਼ੋਰ ਲੱਗਾ, ਹੇ ਰੱਬ ਜੀ ਤੁਸੀਂ ਸਾਡੀ ਰਜ਼ਾ 'ਚ ਤੁਰੋ। ਕਿਉਂ? ਕਿਉਂਕਿ ਮੈਨੂੰ ਧੀ ਨਹੀਂ ਚਾਹੀਦੀ, ਮੈਨੂੰ ਪੁੱਤ ਚਾਹੀਦਾ। ਇਸ ਕਰਕੇ ਮੈਂ ਗ੍ਰੰਥੀ ਨੂੰ ਕਹਿਣਾ ਮੇਰੇ ਵਾਸਤੇ ਪੁੱਤ ਮੰਗ ਕੇ ਦੇ ਰੱਬ ਕੋਲੋਂ। ਮੈਨੂੰ ਪੋਤਰੀ ਨਹੀਂ ਚਾਹੀਦੀ, ਮੈਂ ਨੂੰਹ ਨੂੰ ਇਸ ਕਰਕੇ ਤੰਗ ਕਰਦੀ ਹਾਂ ਜਾਂ ਤੰਗ ਕਰਦਾ ਹਾਂ, ਸਾਨੂੰ ਪੋਤਰਾ ਚਾਹੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵੈ, ਸਾਰੇ ਬੋਲੋ ਜੀ, ਸਾਈ ਭਲੀ ਕਾਰ। ਜੋ ਤੁਹਾਨੂੰ ਭਾਉਂਦਾ ਹੈ ਉਹ ਕਾਰ, ਉਹ ਕੰਮ ਮੈਨੂੰ ਵੀ ਚੰਗਾ ਲੱਗ ਜਾਏ। ਪੜ੍ਹਦੇ ਅਸੀਂ ਰੋਜ਼ ਇਹ ਹਾਂ, ਜੋ ਤੁਧ ਭਾਵੈ, ਕਿ ਜੋ ਮਾਲਕ ਨੂੰ ਭਾਉਂਦਾ ਉਹ ਕਾਰ ਸਾਨੂੰ ਚੰਗੀ ਲੱਗਦੀ ਹੈ, ਉਹ ਕੰਮ ਸਾਨੂੰ ਚੰਗਾ ਲੱਗਦਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਤੁਸੀਂ ਤੇ ਹਮੇਸ਼ਾ ਭਲਾ, ਹੋ ਸਕਦਾ ਤੁਸੀਂ ਧੀ ਦੇ ਕੇ ਭਲਾ ਕਰਨਾ ਚਾਹੁੰਦੇ ਹੁੰਦੇ। ਮੈਂ ਕਿਹਾ ਮੈਨੂੰ ਧੀ ਚਾਹੀਦੀ ਨਹੀਂ, ਮੈਨੂੰ ਤੇ ਪੁੱਤ ਚਾਹੀਦਾ। ਮੈਨੂੰ ਜੇ ਕੋਈ ਚੀਜ਼ ਨਹੀਂ ਮਿਲ ਰਹੀ, ਹੋ ਸਕਦਾ ਤੁਸੀਂ ਇਹ 'ਚ ਮੇਰਾ ਭਲਾ ਚਾਹੁੰਦੇ, ਪਰ ਮੈਂ ਜਿੱਦ ਕਰਦਾ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਛੋਟਾ ਬੱਚਾ ਤੁਹਾਡੇ ਕੋਲੋਂ ਵੱਡੀ ਚੀਜ਼ ਮੰਗੇ ਤੇ ਮਾਂ-ਬਾਪ ਨਹੀਂ ਲੈ ਕੇ ਦਿੰਦੇ ਨਾ, ਉਹ 'ਚ ਬੱਚੇ ਦਾ ਨੁਕਸਾਨ ਹੁੰਦਾ ਕਿ ਭਲਾ ਹੁੰਦਾ? ਭਲਾ ਬੋਲੋ ਭਾਈ, ਨੁਕਸਾਨ ਹੁੰਦਾ ਹੈ ਨਾ। ਹੁਣ ਜਿਹੜੇ ਬੱਚੇ ਦਾ ਲਾਇਸੈਂਸ ਵੀ ਨਹੀਂ ਬਣਿਆ, ਉਹ ਬੱਚਾ ਵੱਡੀ ਗੱਡੀ, ਵੱਡਾ ਕੋਈ ਸਾਧਨ ਮੰਗੇ ਤੇ ਮਾਂ-ਬਾਪ ਨਹੀਂ ਲੈ ਕੇ ਦਿੰਦਾ, ਮੰਨ ਲਓ ਡੈਡੀ ਨਹੀਂ ਲੈ ਕੇ, ਦਾਦਾ ਨਹੀਂ ਲੈ ਕੇ ਦਿੰਦਾ, ਤੇ ਘਰ ਦਾ ਕੋਈ ਜੀਅ ਕਹਿੰਦਾ ਨਹੀਂ, ਜਿੱਦ ਕਰਦਾ ਲੈ ਦਿਓ ਇਹਨੂੰ। ਦੱਸੋ ਭਲਾ, ਜੇ ਉਹ ਨਹੀਂ ਲੈ ਕੇ ਦੇ ਰਿਹਾ, ਜਿਹੜਾ ਨਹੀਂ ਲੈ ਕੇ ਦੇ ਰਿਹਾ, ਐਸਾ ਨਹੀਂ ਉਹਦੇ ਕੋਲ ਪੈਸਾ ਨਹੀਂ ਹੈ, ਪਰ ਉਹ ਬੱਚੇ ਦਾ ਭਲਾ ਕਰ ਰਿਹਾ। ਉਹ ਕਹਿੰਦਾ ਨਹੀਂ ਅਜੇ ਇਹਨੂੰ ਲੋੜ ਨਹੀਂ। ਹਾਂਜੀ, ਤੇ ਜਿਹੜਾ ਜਿੱਦ ਕਰ ਰਿਹਾ ਉਹ ਬੱਚੇ ਦਾ ਭਲਾ ਨਹੀਂ ਕਰ ਰਿਹਾ, ਉਹ ਬੱਚੇ ਦਾ ਨੁਕਸਾਨ ਕਰ ਰਿਹਾ। ਸਾਡੇ ਘਰਾਂ ਜਿੱਦਾਂ ਇਹੋ ਹੀ ਨੇ। ਕਈ ਵਾਰੀ ਨਿਆਣਾ ਉਹ ਚੀਜ਼ ਮੰਗਦਾ ਜਿਹੜੀ ਉਹਨੂੰ ਜ਼ਰੂਰਤ ਵੀ ਨਹੀਂ ਹੁੰਦੀ। ਅੱਜ ਮਾਰ ਲਓ ਧਿਆਨ, ਸਮਾਜ ਵਿੱਚ ਇੱਥੇ ਖਲੋਤਾ ਸਮਾਜ। ਹੁਣ ਗੁਰੂ ਸਾਹਿਬ ਇੱਥੇ ਗੱਲ ਬੜੀ ਪਿਆਰੀ ਕਰਦੇ, ਜੋ ਸਾਡੀ ਅਰਦਾਸ ਇਹ ਹੋਣੀ ਚਾਹੀਦੀ ਹੈ, ਮਾਲਕ ਜੀ ਮੈਨੂੰ ਤੁਹਾਡੀ ਰਜ਼ਾ ਵਿੱਚ ਤੁਰਨ ਦੀ ਜਾਚ ਆ ਜਾਏ। ਤੁਹਾਡੇ ਵਿੱਚੋਂ ਕੋਈ ਵੀਰ ਆਰਮੀ ਜੋਬ ਕਰਨ ਵਾਲਾ ਬੈਠਾ ਹੋਵੇ, ਉਹਨੂੰ ਤਾਂ ਬੜੀ ਛੇਤੀ ਗੱਲ ਸਮਝ ਆਉਣੀ। ਜੇ ਨਾ ਵੀ ਜੋਬ ਕਰਨ ਵਾਲਾ ਹੋਵੇ, ਇੰਨੀਆਂ ਗੱਲਾਂ ਤਾਂ ਆਪਾਂ ਪੜ੍ਹੀਆਂ ਲਿਖੀਆਂ ਨੇ, ਆਪਾਂ ਨੂੰ ਸਮਝ ਹੈ। ਹੁਣ ਆਰਮੀ ਦਾ ਨੌਜਵਾਨ ਤੇ ਬਾਕੀ ਨੌਜਵਾਨਾਂ 'ਚ ਇੱਕ ਫਰਕ ਹੁੰਦਾ ਹੈ। ਜਦੋਂ 18 ਸਾਲ ਬਾਅਦ ਆਰਮੀ ਦੀ ਭਰਤੀ ਵੇਖਣ ਜਾਂਦਾ ਹੈ, ਫੌਜ ਦੀ ਭਰਤੀ ਵੇਖਣ ਜਾਂਦਾ ਹੈ, ਉਹਨੂੰ ਕਹਿੰਦੇ ਚੱਲ ਆ ਤੈਨੂੰ ਤੁਰਨਾ ਸਿਖਾਈਏ। ਜੋ ਅੱਗੇ ਇਹ ਕਹਤੇ ਵੀ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਤੁਰਦਾ ਹੀ ਆਇਆ, ਉਹ ਕਹਿੰਦੇ ਤੂੰ ਤੁਰਦਾ ਆਇਆ ਪਰ ਡਿਸਿਪਲਿਨ ਵਿੱਚ ਨਹੀਂ ਨਾ ਤੁਰਦਾ ਆਇਆ, ਤੈਨੂੰ ਹੁਣ ਅਸੀਂ ਡਿਸਿਪਲਿਨ ਵਿੱਚ ਤੁਰਨਾ ਸਿਖਾਉਣਾ। ਜੇ 100 ਨੌਜਵਾਨ ਕਿਸੇ ਗਰਾਊਂਡ ਵਿੱਚ ਨੇ, ਜੇ ਇੱਕ ਦਾ ਪੈਰ ਸੱਜਾ ਉੱਠਿਆ ਤਾਂ ਸਾਰਿਆਂ ਦਾ ਪੈਰ ਸੱਜਾ ਉੱਠਦਾ। ਆਪਣੇ ਵਰਗਾ ਕੋਈ ਬੰਦਾ ਉਹਨਾਂ 'ਚ ਪਹਿਲੇ ਦਿਨ ਜਾ ਖਲੋ ਜੇ, ਅਸੀਂ 1 ਸਕਿੰਟ ਵਿੱਚ ਫੜੇ ਜਾਣਾ, ਉਹਨੇ ਕਹਿਣਾ ਇਹਨੇ ਟ੍ਰੇਨਿੰਗ ਨਹੀਂ ਲਈ। ਉਹਨੂੰ ਕੀ ਦਿੰਦੇ ਨੇ ਉੱਥੇ? ਟ੍ਰੇਨਿੰਗ, ਉੱਠਣ ਦੀ, ਆਪਣਾ ਬਿਸਤਰਾ ਬੈੱਡ ਜੋੜਨ ਦੀ, ਚਾਦਰ ਜੋੜਨ ਦੀ। ਤੁਸੀਂ ਵੇਖਿਓ ਜਿਹੜੇ ਆਰਮੀ ਜੋਬ ਕਰਨ ਵਾਲੇ ਜਦੋਂ ਘਰਾਂ 'ਚ ਵੀ ਆ ਜਾਂਦੇ ਨੇ, ਉਹ ਡਿਸਿਪਲਿਨ ਵਾਲੇ ਹੁੰਦੇ ਨੇ, ਅਤੇ ਬਾਕੀ ਪਰਿਵਾਰ ਵਾਲੇ ਕਈ ਵਾਰ ਉਹਨੂੰ ਕਹਿੰਦੇ ਨੇ ਇਹਨੂੰ ਕੀ ਪਤਾ, ਕਿਉਂਕਿ ਅਸੀਂ ਤਾਂ ਕੱਪੜੇ ਲਾ ਕੇ ਵੀ ਇੱਦਾਂ ਭੁਆ ਕੇ ਮਾਰਨ ਵਾਲੇ ਹੁੰਦੇ ਹਾਂ
ਵੀ ਆਪੇ ਕੋਈ ਜੋੜੇ। ਉਹ ਸਿੱਖੇ ਹੁੰਦੇ ਨੇ ਵੀ ਹਰ ਚੀਜ਼ ਨੂੰ ਤੈਅ ਲਾਉਣੀ ਹੈ। ਸਵੇਰੇ ਉੱਠ ਕੇ ਆਪਣੀ ਚਾਦਰ ਵੀ, ਵੈਸੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਇਹ ਟ੍ਰੇਨਿੰਗ ਸਾਨੂੰ ਆਪਣੇ ਘਰਾਂ 'ਚ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਮਾਂ ਬਾਪ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਕਿ ਬੱਚਾ, ਬੇਟਾ ਬੇਟੀ ਜਦੋਂ ਹੋਸ਼ ਸੰਭਾਲੇ, ਉਹ ਆਪਣੀ ਜਿਹੜੀ ਉੱਪਰ ਲੈਣ ਵਾਲੀ ਚਾਦਰ ਹੈ, ਜੋ ਵੀ ਉਹਦਾ ਬਿਸਤਰਾ ਹੈ, ਉਹਨੂੰ ਆਪ ਸਵੇਰੇ ਉੱਠ ਕੇ ਤੈਅ ਲਾਉਣ ਦੀ ਜਾਚ ਆਉਣੀ ਚਾਹੀਦੀ ਹੈ। ਭਾਵੇਂ ਪੁੱਤ ਹੈ ਭਾਵੇਂ ਧੀ ਹੈ। ਅਤੇ ਜੇ ਇਹ ਕਵੇ ਨਹੀਂ ਅਜੇ ਛੋਟਾ ਹੈ, ਜਦੋਂ ਉਹਨੇ ਹੋਸਟਲ ਜਾਣਾ, ਜਦੋਂ ਬਾਹਰ ਜਾਣਾ, ਇੱਕ ਦਿਨ 'ਚ ਫੜੇ ਜਾਣਾ ਕਿ ਇਹਦੇ ਮਾਂ ਬਾਪ ਨੇ ਇਹਨੂੰ ਚੰਗੇ ਸੰਸਕਾਰ ਨਹੀਂ ਦਿੱਤੇ। ਇਹਨਾਂ ਗੱਲਾਂ ਨਾਲ ਇਨਸਾਨ ਛੋਟਾ ਨਹੀਂ ਹੁੰਦਾ ਨਾ। ਤੁਹਾਡੇ ਵਿੱਚੋਂ ਕਿਸੇ ਦਾ ਧੀ ਪੁੱਤ ਵਿਦੇਸ਼ ਹੋਵੇ, ਉੱਥੇ ਜਿੰਨਾ ਕੋਈ ਮਨੁੱਖ ਕੰਮ ਆਪਣੇ ਹੱਥੀਂ ਕਰਦਾ, ਉਹਨੂੰ ਓਨੀ ਰਿਸਪੈਕਟ ਨਾਲ ਵੱਧ ਵੇਖਦੇ ਨੇ। ਅਤੇ ਸਾਡੇ ਸਮਾਜ ਵਿੱਚ ਇੱਥੇ ਜੇ ਕੋਈ ਆਪਣੇ ਹੱਥੀਂ ਸਾਫ ਸਫਾਈ, ਕੋਈ ਝਾੜੂ ਪੋਚਾ ਲਾਉਂਦਾ ਹੋਵੇ, ਉਹਦੇ ਪ੍ਰਤੀ ਹੋਰ ਸੋਚ ਨਾਲ ਵੇਖਦੇ ਅਸੀਂ, ਘਿਰਨਾ ਨਾਲ ਵੇਖਦੇ। ਉੱਥੇ ਜਦੋਂ ਕੋਈ ਬੰਦਾ ਹਾਈਵੇ 'ਤੇ ਜਾ ਰਿਹਾ ਹੈ, ਜਦੋਂ ਕੋਈ ਰੋਡ ਬਣਾ ਰਿਹਾ ਹੈ, ਉਹਨੂੰ ਬਹੁਤ ਰਿਸਪੈਕਟ ਨਾਲ ਵੇਖਦੇ ਆ ਕਿ ਚੱਲਣਾ ਗੱਡੀ 'ਚ ਮੈਂ ਆ, ਰੋਡ 'ਤੇ ਮੈਂ ਚੱਲਣਾ, ਪਰ ਤੂੰ ਮੇਰਾ ਕੰਮ ਕਰ ਰਿਹਾ, ਤੂੰ ਮੇਰੇ ਵਾਸਤੇ ਰਾਹ ਸਾਫ਼ ਕਰ ਰਿਹਾ। ਇੱਥੇ ਅਸੀਂ ਰੋਡ 'ਤੇ ਚੱਲਣਾ ਹੁੰਦਾ, ਜਿਹੜੇ ਸੜਕ ਬਣਾ ਰਹੇ ਹੁੰਦੇ ਨੇ, ਇੱਕ ਤਾਂ ਉਹ ਸਾਡੇ ਲਈ ਬਣਾ ਰਹੇ ਹੁੰਦੇ, ਇੱਕ ਸਾਡੀ ਉਹਨਾਂ ਪ੍ਰਤੀ ਸੋਚ ਕੈਸੀ ਹੁੰਦੀ। ਕਦੀ ਗੱਡੀ ਲੰਘਾਉਂਦਿਆਂ ਵੇਖਿਓ, ਉਹ ਸਾਨੂੰ ਭਾਵੇਂ ਸਾਡੇ ਫਾਇਦੇ ਲਈ ਰੋਕਦੇ ਨੇ। ਜਿੱਦਣ ਇਨਸਾਨ ਨੂੰ ਦੁਖੀ ਕਿਸੇ ਨੇ ਨਹੀਂ ਕੀਤਾ, ਇਹਦੇ ਚਾਲ ਚੱਲਣ ਨੇ, ਇਹਦੇ ਕਰੈਕਟਰ ਨੇ, ਇਹਦੇ ਕਿਰਦਾਰ ਨੇ ਇਹਨੂੰ ਦੁਖੀ ਕੀਤਾ ਹੈ। ਜਿਹੜੀ ਈਗੋ ਪ੍ਰੋਬਲਮ ਹੈ ਨਾ, ਇਨਸਾਨ ਨੂੰ ਕਦੇ ਵੀ ਅੱਗੇ ਵਧਣ ਨਹੀਂ ਦਿੰਦੀ। 1410 ਨੰਬਰ ਅੰਕ 'ਤੇ ਆਪਣੀ ਸੁਰਤ ਲੈ ਕੇ ਜਾਓ, ਜਿਨ੍ਹਾਂ ਦੇ ਘਰਾਂ 'ਚ ਪੋਥੀਆਂ ਹੈਗੀਆਂ ਨੇ। 1410 ਨੰਬਰ ਅੰਕ, ਜਦੋਂ ਸ਼ਲੋਕ ਵਾਰਾਂ 'ਤੇ ਵਧੀਕ ਆਰੰਭ ਹੁੰਦੇ ਨੇ, ਉਹਨਾਂ ਸ਼ਲੋਕਾਂ ਵਿੱਚ ਸਭ ਤੋਂ ਪਹਿਲਾ ਸ਼ਲੋਕ ਹੈ ਉਤੰਗੀ ਪਹਿਰੀ ਗਹਿਰੀ ਗੰਭੀਰੀ, ਸੱਸੁੜ ਸੁਹੀਆ ਕਿਵ ਕਰੀ ਨਿਵਣ ਨਾ ਜਾਏ ਠਣੀ। ਗੁਰੂ ਸਾਹਿਬ ਨੇ ਇੱਕ ਬਹੁਤ ਸੋਹਣਾ ਚਿੱਤਰ ਖਿੱਚਿਆ, ਇੱਕ ਤਸਵੀਰ ਬਣਾਈ ਹੈ ਵੀ ਇੱਕ ਨਵੀਂ ਲੜਕੀ ਦਾ ਵਿਆਹ ਹੋਇਆ, ਆਪਣੇ ਸਹੁਰੇ ਘਰ ਆਈ, ਇੱਕ ਲਾਗੇ ਬੀਬੀ ਉਹ ਰਹਿੰਦੀ ਸੀ ਜਿਹਦੇ ਵਿਆਹ ਨੂੰ 10-15 ਸਾਲ ਹੋ ਚੁੱਕੇ ਸਨ। ਉਹਨੇ ਵੇਖਿਆ ਕਿ ਅੱਜ ਇਹਨੇ ਅਜੇ ਨਵੀਂ ਵਿਆਹੀ ਆਈ ਹੈ, ਇਹਨੇ ਆਪਣੀ ਸੱਸ ਦਾ ਸਤਿਕਾਰ ਨਹੀਂ ਕੀਤਾ, ਇਹਨੇ ਆਪਣੀ ਸੱਸ ਦਾ ਅਦਬ ਨਹੀਂ ਕੀਤਾ, ਉਹਦੇ ਗਾੜੀ ਝੁਕੀ ਨਹੀਂ। ਇੱਕ ਐਗਜ਼ਾਮਪਲ ਦਿੱਤੀ ਹੈ, ਸਮਝਾਉਣ ਦਾ ਤਰੀਕਾ ਹੈ। ਉਹਦੀ ਭੈਣੇ, ਅੱਜ ਮੈਂ ਤੈਨੂੰ ਵੇਖਿਆ, ਤੂੰ ਆਪਣੀ ਸੱਸ ਦਾ ਅਦਬ ਨਹੀਂ ਕੀਤਾ, ਤੂੰ ਝੁਕੀ ਨਹੀਂ ਅੱਗੇ, ਕਿਉਂ? ਉਹਨੇ ਅੱਗੇ ਜਵਾਬ ਦਿੱਤਾ, ਸੱਸੁੜ ਮੀਨਿੰਗ ਸੱਸ, ਸੁਹੀਆ ਕਹਿੰਦੇ ਨਮਸਕਾਰ। ਸੱਸੁੜ ਸੁਹੀਆ, ਉਤੰਗੀ ਪਹਿਰੀ ਗਹਿਰੀ ਗੰਭੀਰੀ, ਹੇ ਉੱਚੇ ਲੰਬੇ ਕੱਦ ਵਾਲੀਏ, ਜਵਾਨ ਇਸਤਰੀਏ, ਤੂੰ ਆਪਣੀ ਸੱਸ ਅੱਗੇ ਸਿਰ ਕਿਉਂ ਨਹੀਂ ਝੁਕਾਇਆ, ਅਦਬ ਕਿਉਂ ਨਹੀਂ ਕੀਤਾ? ਉਹਦੀ ਸੱਸੁੜ ਸੁਹੀਆ ਕਿਵੇਂ ਕਰੀ, ਮੈਂ ਆਪਣੀ ਸੱਸ ਅੱਗੇ ਸੁਹੀਆ ਨਮਸਕਾਰ ਕਿਵੇਂ ਕਰਾਂ? ਨਿਵਣ ਨਾ ਜਾਏ ਥਣੀ, ਥਣੀ ਮੀਨਿੰਗ ਛਾਤੀ, ਮੇਰਾ ਜੋਬਨ ਮੈਨੂੰ ਮੇਰੀ ਸੱਸ ਅੱਗੇ ਝੁਕਣ ਨਹੀਂ ਦਿੰਦਾ, ਮੇਰੀ ਜਵਾਨੀ ਮੈਨੂੰ ਮੇਰੀ ਸੱਸ ਅੱਗੇ ਬੋਲੋ ਝੁਕਣ ਨਹੀਂ ਦਿੰਦੀ। ਉਹ ਦੂਜੀ ਭੈਣ ਨੇ ਜਵਾਬ ਦਿੱਤਾ, ਜਿਹਦੇ ਵਿਆਹ ਨੂੰ 15-16 ਸਾਲ ਹੋ ਗਏ ਸੀ। ਉਹ ਆਂਦੀ, ਮੇਰੀਏ ਭੈਣੇ, ਜੇ ਤੇ ਜੋਬਨ ਕਰਕੇ ਨਹੀਂ ਝੁਕਦੀ ਤੇ ਆ ਤੈਨੂੰ ਮੈਂ ਜਵਾਬ ਦੇਵਾਂ, ਗੱਚ ਜੇ ਲੱਗਾ ਗਿੜਵੜੀ, ਛੇ ਭੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਭਥਣੀ। ਮੇਰੀਏ ਭੈਣੇ, ਮੈਂ ਤਾਂ ਇੱਥੇ ਵੱਡੇ ਮਹੱਲ ਜਿਹੜੇ ਅਸਮਾਨ ਨੂੰ ਛੂੰਹਦੇ ਸਨ, ਬੱਦਲਾਂ ਨੂੰ ਛੂੰਹਦੇ ਸਨ, ਉਹ ਵੀ ਧਰਤੀ 'ਤੇ ਡਿੱਗਦੇ ਵੇਖੇ। ਇਹ ਜਵਾਨੀ ਕਿਹੜੀ ਹੈ ਜਿਹੜੀ ਅੱਜ ਹੈ, ਇਹਨੇ ਕੱਲ੍ਹ ਨੂੰ ਢਲ ਜਾਣਾ ਹੈ। ਗੱਚ ਜੇ ਲੱਗਾ ਗਿੜਵੜੀ, ਸੇਬ ਪੀ ਢੈਂਦੇ ਡਿੱਠ ਮੈਂ ਸਖੀਏ ਧੌਲ ਹਰੀ। ਇਹ ਧੌਲ ਵੱਡੀਆਂ ਬਿਲਡਿੰਗਾਂ ਜਿਹੜੀਆਂ ਅਸਮਾਨ ਨੂੰ ਛੂੰਹਦੀਆਂ ਸੀ, ਡਿੱਗਦੀਆਂ ਕਿ ਨਹੀਂ ਡਿੱਗਦੀਆਂ ਜੀ? ਬੋਲੋ ਸਾਧ ਸੰਗਤ ਜੀ। ਅਤੇ ਜਿਹੜਾ ਬੰਦਾ ਕਹਿੰਦਾ ਅੱਜ ਮੇਰੇ 'ਤੇ ਜਵਾਨੀ ਹੈ, ਜਦੋਂ ਜੋਬਨ ਢਲਦਾ ਸਰਾਣੇ ਪਿਆ ਬਰਤਨ ਪਾਣੀ ਦਾ ਵੀ 100 ਕੋਹਾਂ 'ਤੇ ਦਿਖਾਈ ਦਿੰਦਾ ਹੈ। ਕਿਹੜੇ ਜੋਬਨ ਦਾ ਮਾਣ ਹੈ ਵੀ? ਗੱਲ ਉੱਥੇ ਜੋਬਨ ਦੀ ਨਹੀਂ, ਗੱਲ ਈਗੋ, ਹੰਕਾਰ ਇਨਸਾਨ ਦੀ ਜ਼ਿੰਦਗੀ 'ਚ ਸਭ ਤੋਂ ਵੱਡੀ ਰੁਕਾਵਟ ਹੈ, ਜਿਹੜੀ ਮਨੁੱਖ ਨੂੰ ਤਰੱਕੀ ਨਹੀਂ ਕਰਨ ਦਿੰਦਾ, ਸਿੱਖਣ ਨਹੀਂ ਦਿੰਦਾ। ਕਹਿੰਦਾ ਇਹਨੂੰ ਪੁੱਛਣ ਦੀ ਕੀ ਲੋੜ ਹੈ, ਮੈਨੂੰ ਤਾਂ ਪਹਿਲਾਂ ਪਤਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਚਿੱਤ ਮਨ ਚੇਤਸ ਕੀ ਨਹੀਂ, ਮਨਾ ਤੂੰ ਚੇਤੇ ਕਿਉਂ ਨਹੀਂ ਕਰਦਾ?
ਹਰ ਬਿਸਰਤ। ਵੇਖ ਲੈ ਜੇ ਚੇਤੇ ਨਹੀਂ ਨਾ ਕਰੇਗਾ ਤੇ ਤੇਰੀ ਹਾਲਤ ਆ ਹੋਏਗੀ। ਹਰ ਬਿਸਰਤ ਤੇਰੇ ਗੁਣ ਗਲਿਆ। ਰੱਬ ਭੁੱਲ ਗਿਆ ਤੇ ਤੇਰੇ ਗੁਣ ਗਲ ਜਾਣੇ ਨੇ। ਤੇ ਗਲਦੀ ਕਿਹੜੀ ਚੀਜ਼ ਹੈ ਭਲਾ? ਜਿਹੜੀ ਚੀਜ਼ ਦੀ ਟਾਈਮ ਨਾਲ ਵਰਤੋਂ ਨਾ ਕਰੀਏ ਉਹ ਚੀਜ਼ ਗਲ ਜਾਂਦੀ ਹੈ। ਤੁਸੀਂ ਪਿਆਜ਼ ਲੈ ਕੇ ਆਓ, ਤੁਸੀਂ ਕੋਈ ਫਰੂਟ ਲੈ ਕੇ ਆਓ, ਤੁਸੀਂ ਕੋਈ ਸਬਜ਼ੀ ਲੈ ਕੇ ਆਓ, ਉਹਦਾ ਇੱਕ ਟਾਈਮ ਪੀਰੀਅਡ ਹੈ ਨਾ ਵੀ ਇਹ 5 ਦਿਨ ਚੱਲੇਗਾ, ਹਫ਼ਤਾ ਚੱਲੇਗਾ, 10 ਦਿਨ ਚੱਲੇਗਾ। ਕੁਝ ਸਬਜ਼ੀਆਂ 2-4 ਦਿਨ ਵੱਧ ਚੱਲ ਜਾਂਦੀਆਂ। ਸਰਦੀਆਂ 'ਚ ਆਪਾਂ ਵੱਧ ਵੀ ਸਬਜ਼ੀ ਘਰ 'ਚ ਰਹਿ ਜਾਂਦੀ ਹੈ, ਪਰ ਗਰਮੀਆਂ 'ਚ ਤਾਂ ਨਹੀਂ ਨਾ। ਗਰਮੀਆਂ 'ਚ ਕਈ ਵਾਰੀ ਅੱਜ ਲਿਆਂਦਾ ਫਰੂਟ ਸਵੇਰੇ ਖਰਾਬ ਹੋ ਜਾਣਾ। ਟਾਈਮ ਪੀਰੀਅਡ ਹੈ ਨਾ ਇੱਕ। ਅੱਛਾ, ਜੇ ਤਾਂ ਮੈਂ ਉਸ ਟਾਈਮ ਦੇ ਅੰਦਰ ਵਰਤ ਲਿਆ ਤਾਂ ਠੀਕ ਹੈ, ਨਹੀਂ ਵਰਤਾਂਗਾ ਤਾਂ ਗਲ ਜੂ। ਅੱਜ ਕੀ ਇਨਸਾਨ ਨੇ ਆਪਣੀ ਜ਼ਿੰਦਗੀ 'ਚ ਸੱਤ, ਸੰਤੋਖ, ਦਇਆ, ਧਰਮ ਇਹਨਾਂ ਗੁਣਾਂ ਦੀ ਵਰਤੋਂ ਕੀਤੀ ਹੈ? ਨਹੀਂ ਕੀਤੀ। ਅੱਛਾ, ਵਰਤੋਂ ਨਹੀਂ ਕੀਤੀ, ਗੁਣ ਹਰ ਬੰਦੇ ਦੇ ਅੰਦਰ ਪਏ ਸੀ। ਸੱਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਦੈਵੀ ਗੁਣ ਹਰ ਬੰਦੇ ਦੇ ਅੰਦਰ ਪਏ ਹੋਏ ਨੇ। ਜਿਹੜਾ ਵਰਤ ਲੈਂਦਾ ਉਹਦੇ ਗੁਣ ਵੱਧ ਜਾਂਦੇ ਨੇ, ਜਿਹੜਾ ਨਹੀਂ ਵਰਤਦਾ ਉਹਦੇ ਗੁਣ ਖਤਮ ਹੋ ਜਾਂਦੇ ਨੇ, ਪਏ ਪਏ ਖਤਮ ਹੋ ਜਾਂਦੇ ਨੇ। ਤੁਸੀਂ ਕੋ ਬਾਜ਼ਾਰੋਂ ਬਹੁਤ ਸੋਹਣੀ ਜੁੱਤੀ ਲੈ ਆਓ, ਤੁਸੀਂ ਗੱਡੀ ਨਵੀਂ ਲਿਆਓ, ਐ ਬ੍ਰਾਂਡ ਨੂੰ ਨਵੀਂ ਗੱਡੀ ਕਢਾਓ, ਘਰ ਲਿਆ ਕੇ ਗੱਡੀ ਨੂੰ ਲੋਕ ਲਾ ਦਿਓ, ਬਸ ਉਹਨੂੰ ਵਰਤੋ ਨਾ। ਇੱਕ ਗੱਡੀ ਇਕੱਠੀਆਂ 2 ਗੱਡੀਆਂ ਏਜੰਸੀ 'ਚੋਂ ਆਈਆਂ, ਇੱਕ ਗੱਡੀ ਰੋਜ਼ ਚੱਲਦੀ ਹੈ 150 ਕਿਲੋਮੀਟਰ, ਇੱਕ ਗੱਡੀ ਨੂੰ ਹੱਥ ਨਹੀਂ ਲਾਇਆ। ਸਾਡੇ ਦਿਮਾਗ 'ਚ ਹੋਣਾ ਜਿਹੜੀ ਗੱਡੀ ਨੂੰ ਮੈਂ ਚਲਾਉਂਦਾ ਨਹੀਂ, ਇਹ ਨਵੀਂ ਪਈ ਹੈ। ਪਰ ਸੱਚਾਈ ਇਹ ਆ ਜਿਹੜੀ ਅਸੀਂ ਚਲਾਉਂਦੇ ਹਾਂ ਉਹ ਗੱਡੀ ਸਗੋਂ ਵਧੀਆ ਹੈ। ਜਿਹੜੀ ਗੱਡੀ ਨੂੰ 4-5 ਸਾਲ ਲਿਆ ਕੇ ਤੁਸੀਂ ਚਲਾ ਕੇ ਨਹੀਂ ਵੇਖਿਆ, ਉਹਨੂੰ ਧਰਤੀ 'ਤੇ ਪਾ ਕੇ ਵੇਖਿਓ, ਹੁਣ ਚਲਾ ਕੇ ਵੇਖਿਓ। ਪਹਿਲੀ ਗੱਲ ਤਾਂ ਉਹਨੂੰ ਧੱਕਾ ਲਾਉਣਾ ਪੈਣਾ ਹੈ। ਅਤੇ ਤੁਹਾਡੇ ਵਿੱਚੋਂ ਕਿਸੇ ਵੀਰ ਦਾ ਟਾਇਰਾਂ ਦਾ ਕੰਮ ਹੋਵੇ, ਟਾਇਰ ਵੀ ਚੱਲਦੇ ਰਹਿਣ। ਕਈ ਵਾਰੀ ਖਲੋਤੇ ਟਾਇਰ ਵੀ ਏਅਰ ਲੈ ਜਾਂਦੇ ਨੇ, ਹਵਾ ਲੈ ਜਾਂਦੇ ਨੇ। ਕੱਪੜਾ ਹੀ ਹੈ, ਤੁਸੀਂ ਰੋਜ਼ ਪਾਉਂਦੇ ਹੋ, ਆ ਵਾਈਟ ਕੱਪੜੇ ਨੇ, ਆਪਾਂ ਰੋਜ਼ ਪਾਉਂਦੇ ਹਾਂ ਅਤੇ ਸਾਫ਼ ਹੁੰਦੇ ਆ। ਤੁਸੀਂ ਕੱਪੜਾ ਲੈ ਕੇ ਘਰ ਰੱਖ ਛੱਡੋ, ਤੁਸੀਂ ਕਹੋ ਜੀ ਮੇਰੇ ਕੋਲ 15 ਸੂਟ ਨੇ, 10 ਸੂਟ ਨੇ ਵਾਈਟ ਪਏ, ਉਹ ਪਏ ਪਏ ਵੀ ਉਹਨਾਂ 'ਚ ਪੀਲਾਪਨ ਆ ਜਾਣਾ ਹੈ। ਕੋਈ ਵੀ ਚੀਜ਼ ਹੈ, ਤੁਸੀਂ ਜੁੱਤੀ ਕਰ ਲਿਆਂਦੀ ਹੈ, ਤੁਸੀਂ ਕੋਈ ਕੱਪੜਾ ਹੈ, ਤੁਹਾਡੀ ਕੋਈ ਗੱਡੀ ਹੈ, ਈਵਨ ਘਰ ਹੈ, ਤੁਸੀਂ ਘਰ ਬਣਾਇਆ ਹੈ, ਘਰ ਬਣਾ ਕੇ ਲੋਕ ਲਾ ਦਿਓ, ਝਾੜੂ ਪੋਚਾ ਲਾਓ ਹੀ ਨਾ, ਤੁਸੀਂ ਕੋਈ ਨਵਾਂ ਉੱਦਾਂ ਹੀ ਪਿਆ। ਅੱਜ ਕਈ ਲੋਕ ਉਹਨਾਂ ਦੀਆਂ ਕੋਠੀਆਂ ਹੁੰਦੀਆਂ ਨੇ ਨਾ, ਅਤੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਕਿਤੇ ਦੂਰ ਜਾਣਾ। ਹੌਲੀ ਹੌਲੀ ਲੋਕਾਂ ਨੂੰ ਸਮਝ ਆਈ ਵੀ ਕਮਰਾ ਖੁੱਲ੍ਹਦਾ, ਦਰਵਾਜ਼ਾ ਰੋਜ਼ ਬੰਦ ਹੋਵੇ, ਰੋਜ਼ ਝਾੜੂ ਪੋਚਾ ਲੱਗੇ, ਹਵਾ ਰਵੇ, ਅਤੇ ਤਾਂ ਹੀ ਅੰਦਰ ਦਾ ਰੰਗ ਸਹੀ ਰਹਿੰਦਾ ਹੈ। ਇੱਦਾਂ ਹੀ ਦਿਮਾਗ ਹੈ, ਬ੍ਰੇਨ ਹੈ, ਇਹ ਰੋਜ਼ ਚੱਲੇਗਾ। ਤੁਹਾਡੇ ਵਿੱਚੋਂ ਜਿਨ੍ਹਾਂ ਦੇ ਵਿਦੇਸ਼ ਬੱਚੇ ਰਹਿੰਦੇ ਨੇ, ਪੁੱਛ ਕੇ ਵੇਖਿਓ, ਬਾਹਰਲੇ ਬੱਚਿਆਂ ਨਾਲੋਂ ਇੱਥੋਂ ਦੇ ਬੱਚਿਆਂ ਦਾ ਮੈਥ ਜ਼ਿਆਦਾ ਹਾਈ ਹੈ, ਕਿਉਂਕਿ ਉੱਥੇ ਹਰ ਗੱਲ ਕੈਲਕੂਲੇਟਰ। ਪੁਰਾਣੇ ਬਜ਼ੁਰਗਾਂ ਵੇਲੇ ਆ ਕੰਪਿਊਟਰ, ਕੈਲਕੂਲੇਟਰ ਆ ਨਹੀਂ ਸੀ ਹੈਗਾ, ਉਹਨਾਂ ਦਾ ਮੈਥ ਕਿੰਨਾ ਹਾਈ ਹੈ। ਲਾਗੇ ਕਿਸੇ ਨੂੰ ਦੱਸਣਾ ਹੋਵੇ ਵੀ ਇੰਨੇ ਹਜ਼ਾਰ 'ਚੋਂ ਇੰਨੇ ਪੈਸੇ ਕੱਢਣੇ ਨੇ, ਨੌਜਵਾਨ ਮੋਬਾਈਲ ਲੈ ਕੇ ਬਹਿੰਦਾ, ਬਜ਼ੁਰਗ ਇੱਦਾਂ ਦੱਸ ਦਿੰਦਾ ਹੈ। ਕਿਉਂ? ਕਿਉਂਕਿ ਉਹ ਬ੍ਰੇਨ ਵਰਤਦਾ ਹੈ, ਉਹ ਆਪਣੇ ਦਿਮਾਗ ਦੀ ਵਰਤੋਂ ਕਰਦਾ ਹੈ। ਉਹਨੂੰ ਪਤਾ ਇੰਨਿਆਂ 'ਚੋਂ ਇੰਨੇ ਕੱਢੀਏ, ਇੰਨੇ ਰਹਿਣੇ ਆ। ਇਹਦਾ ਮਤਲਬ ਜੋ ਤੁਸੀਂ ਵਰਤਦੇ ਜੇ ਉਹ ਵੱਧਦਾ ਹੈ। ਲਾਲਚ ਵਰਤੋਗੇ ਤਾਂ ਲਾਲਚ ਘਟੇਗਾ ਕਿ ਵਧੇਗਾ? ਬੋਲੋ ਜੀ, ਵਧੇਗਾ। ਤੁਸੀਂ ਅੱਜ ਚੋਰੀ ਦੀ ਆਦਤ ਪੈ ਗਈ ਮਾੜੀ ਜੀ, ਅਤੇ ਕੱਲ੍ਹ ਨੂੰ ਚੋਰੀ ਦੀ ਆਦਤ ਘਟੇਗੀ ਕਿ ਵਧੇਗੀ? ਵਧੇਗੀ। ਜੇ ਅੱਜ ਮੈਂ ਸਬਰ ਕੀਤਾ ਹੈ, ਅੱਜ ਮੈਂ ਸੰਤੋਖ ਦੀ ਵਰਤੋਂ ਮਾੜੀ ਜਿਹੀ ਕੀਤੀ ਹੈ, ਕੱਲ੍ਹ ਨੂੰ ਸਬਰ ਵੀ ਵਧੇਗਾ। ਇਹ ਹੁਣ ਬੰਦੇ ਦੀ ਮਰਜ਼ੀ ਹੈ, ਮੈਂ ਔਗਣ ਵਧਾਉਣੇ ਆ ਕਿ ਗੁਣ ਵਧਾਉਣੇ ਆ, ਮਰਜ਼ੀ ਤੇਰੀ ਹੈ। ਇਹ ਤੇਰੇ 'ਤੇ ਡਿਪੈਂਡ ਕਰਦਾ। ਗੁਣ ਵਰਤੇਂਗਾ ਗੁਣ ਵਧਣਗੇ, ਔਗਣ ਵਰਤੇਂਗਾ ਔਗਣ ਵਧਣਗੇ, ਇਹ ਮਰਜ਼ੀ ਤੇਰੀ ਹੈ। ਚਿਤ ਚੇਤਸ ਕੀ ਨਹੀਂ ਬਾਵਰਿਆ। ਅੱਛਾ, ਜਿਹੜਾ ਚੇਤੇ ਨਹੀਂ ਕਰਦਾ ਉਹਨੂੰ ਬਾਵਰਾ ਆਖਿਆ, ਬੌਰਾ ਆਖਿਆ ਬਾਣੀ 'ਚ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ। ਹਰ ਰੱਬ ਮਾਲਕ। ਹੁਣ ਰੱਬ ਨੂੰ ਜਦੋਂ ਹਰ ਆਖਿਆ ਨਾ, ਗੁਣੀ ਨਿਧਾਨ ਆਖਿਆ ਬਾਣੀ 'ਚ। ਗੁਣੀ ਨਿਧਾਨ ਯਾਨੀ ਕਿ ਗੁਣਾਂ ਦਾ ਖਜ਼ਾਨਾ। ਤੈਨੂੰ ਗੁਣ ਭੁੱਲ ਗਏ, ਗੁਣਾਂ ਦਾ ਖਜ਼ਾਨਾ ਭੁੱਲ ਗਿਆ, ਤੇਰੇ ਗੁਣ ਗਲੇ ਆ, ਤੇਰੇ ਗੁਣ ਗਲ ਗਏ। ਅਤੇ ਫਿਰ ਹੁਣ ਜਦੋਂ ਗੁਣ ਗਲ ਗਏ, ਫਿਰ ਹੁਣ ਤੂੰ ਆਰਟੀਕਲ ਕਿੱਦਾਂ ਦਾ ਲਿਖੇਗਾ? ਕਰਨੀ ਕਾਗਦ। ਜਿਹੜੀ ਤੇਰੀ ਕਰਨੀ ਹੈ ਨਾ, ਜਿਹੜਾ ਤੇਰਾ ਆਚਰਣ ਹੈ, ਇਹ ਪੇਪਰ ਹੈ, ਕਾਗਦ। ਬਾਣੀ 'ਚ ਕਾਗਜ਼ ਸ਼ਬਦ ਵੀ ਹੈ, ਕਾਗਜ਼ ਸ਼ਬਦ ਵੀ ਹੈ ਬਾਣੀ 'ਚ, ਦੱਦੇ ਨਾਲ ਵੀ ਹੈ, ਜੱਜੇ ਨਾਲ ਵੀ ਹੈ। ਕਰਨੀ ਕਾਗਦ। ਕਰਨੀ। ਅੱਛਾ,
ਜਿਹੜਾ ਪੇਪਰ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਆ, ਇਹ ਪੇਪਰ ਕਿਸੇ ਕੰਪਨੀ 'ਚ ਬਣਿਆ, ਕਿਸੇ ਫੈਕਟਰੀ 'ਚ ਬਣਿਆ, ਕੋਈ ਸਾਡੇ ਤੱਕ ਲੈ ਕੇ ਆਇਆ, ਕਿਸੇ ਦੁਕਾਨ ਤੋਂ ਮੈਂ ਖਰੀਦਿਆ। ਪਰ ਜਿਹੜਾ ਆਚਰਣ ਦਾ ਪੇਪਰ ਹੈ ਇਹ ਤੇਰੀ ਫੈਕਟਰੀ 'ਚ ਹੀ ਬਣ ਰਿਹਾ ਅਤੇ ਤੂੰ ਹੀ ਇਹ 'ਤੇ ਲਿਖਣਾ ਹੈ। ਇੱਕ ਬੰਦੇ ਦੀ ਫੈਕਟਰੀ ਦਾ ਬਣਿਆ ਪੇਪਰ ਦੂਜਾ ਨਹੀਂ ਵਰਤ ਸਕਦਾ, ਕਿਉਂਕਿ ਕਰਨੀ ਹਰ ਇੱਕ ਦੀ, ਉੱਚੀ ਬੋਲੋ ਜੀ, ਆਪਣੀ ਆਪਣੀ। ਜੇ ਇੱਕ ਦੂਜੇ ਦੀ ਕਰਨੀ ਦੀ ਵਰਤੋਂ ਕੀਤੀ ਜਾ ਸਕਦੀ ਹੁੰਦੀ ਨਾ, ਤੇ ਫਿਰ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਵੀ ਇੱਕ ਦੂਜੇ ਦੀ ਕਰਨੀ ਦੀ ਵਰਤੋਂ ਕਰ ਸਕਦੇ ਸੀ। ਇੱਥੇ ਬੰਦਾ ਇਹਨਾਂ ਤੇ ਕਹਿ ਸਕਦਾ ਹੈ ਮੈਂ ਪ੍ਰਿੰਸੀਪਲ ਦਾ ਬੇਟਾ, ਬਸ ਇੱਥੋਂ ਤੱਕ ਤੇ ਗੱਲ ਠੀਕ ਹੈ। ਪਰ ਜੇ ਤੂੰ ਇਹ ਕਵੇਂ ਕਿ ਮੈਨੂੰ ਵੀ ਲੋਕ ਪ੍ਰਿੰਸੀਪਲ ਕਹਿਣ, ਤੇ ਅਗਲਾ ਕਹੇਗਾ ਉਹਦੇ ਮੂੰਹ ਐਜੂਕੇਸ਼ਨ ਲੈ ਕੇ ਆ। ਬਸ ਇੰਨਾ ਮਾਣ ਤੇ ਅਖਵਾ ਸਕਦਾ ਕਿ ਮੈਂ ਕਿਸੇ ਐਡਵੋਕੇਟ ਦਾ ਬੇਟਾ ਹਾਂ, ਮੈਂ ਜੱਜ ਦੀ ਧੀ ਹਾਂ, ਬਸ ਇੰਨਾ ਤੇ ਹੋ ਸਕਦਾ ਹੈ। ਪਰ ਜੇ ਤੂੰ ਕਵੇਂ ਕਿ ਮੈਨੂੰ ਵੀ ਜੱਜ ਵਰਗੀ ਰਿਸਪੈਕਟ ਮਿਲੇ, ਤੇ ਤੈਨੂੰ ਉਹ ਐਜੂਕੇਸ਼ਨ ਆਪਣੇ ਜੀਵਨ 'ਚ ਲੈਣੀ ਪਵੇਗੀ। ਬਸ ਇੰਨਾ ਚੇਤਾ ਰੱਖਣਾ। ਹੁਣ ਇੱਥੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ? ਕਰਨੀ ਕਾਗਦ, ਕਰਨੀ ਆਚਰਣ, ਇਹ ਪੇਪਰ ਹੈ। ਮਨ ਮਸਵਾਣੀ, ਮਸ ਕਹਿੰਦੇ ਸਿਆਹੀ ਨੂੰ, ਮਸਵਾਣੀ ਕਹਿੰਦੇ ਸਿਆਹੀ ਦੀ ਦਵਾਤ ਨੂੰ। ਪੁਰਾਣੇ ਸਮੇਂ 'ਚ ਸਿਆਹੀ ਹੁੰਦੀ ਸੀ, ਸਿਆਹੀਆਂ ਦੀਆਂ ਦਵਾਤਾਂ ਹੁੰਦੀਆਂ ਸੀ, ਫੱਟੀਆਂ 'ਤੇ ਲਿਖਿਆ ਜਾਂਦਾ ਸੀ। ਕਲਮ ਮਨ ਮਸਵਾਣੀ, ਮਨ ਸਿਆਹੀ ਦੀ ਦਵਾਤ ਹੈ। ਜਿਹੜੇ ਮਨ ਵਿੱਚ ਸੰਸਕਾਰ ਇਕੱਠੇ ਹੋਏ ਨੇ, ਇਹ ਸਿਆਹੀ ਹੈ। ਹੁਣ ਜਿੱਦਾਂ ਦੀ ਸਿਆਹੀ ਹੈ, ਜਿੱਦਾਂ ਦਾ ਪੇਪਰ ਹੈ, ਉੱਦਾਂ ਦਾ ਹੀ ਲੇਖ ਲਿਖਿਆ ਜਾਣਾ ਹੈ। ਕਰਨੀ ਕਾਗਦ, ਸਾਰੇ ਬੋਲੋ ਨਾਲ ਨਾਲ, ਕਰਨੀ ਕਾਗਦ ਮਨ ਮਸਵਾਣੀ, ਮਨ ਮਸਵਾਣੀ, ਮਸ ਸਿਆਹੀ, ਮਸਵਾਣੀ ਸਿਆਹੀ ਦੀ ਦਵਾਤ। ਬੁਰਾ ਭਲਾ ਦੋਇ ਲੇਖ ਪਏ, ਬੁਰਾ ਤੇ ਭਲਾ ਇਹ ਸ਼ਬਦ ਪਤਾ ਕਿਉਂ ਵਰਤੇ? ਜਿਨ੍ਹਾਂ ਕੋਲ ਸਿਆਹੀ ਚੰਗੀ ਉਹਨਾਂ ਦਾ ਲੇਖ ਚੰਗਾ, ਜਿਨ੍ਹਾਂ ਦੀ ਸਿਆਹੀ ਮਾੜੀ ਉਹਨਾਂ ਦਾ ਲੇਖ। ਤੇ ਦੱਸਿਓ ਹੁਣ ਇਹ ਲੇਖ ਰੱਬ ਲਿਖਦਾ ਕਿ ਬੰਦਾ? ਉੱਚੀ ਬੋਲਿਓ ਜੀ। ਤੇ ਫਿਰ ਸਾਡੇ ਕਹਿਣਗੇ ਰੱਬ ਨੇ ਲੇਖਾਂ 'ਚ ਹੀ ਲਿਖਤਾ ਇਹਦੇ। ਹੁਣ ਇੱਥੋਂ ਤੱਕ ਸ਼ਬਦ ਨੂੰ ਸਮਝਿਓ, ਜਿੱਦਾਂ ਦੇ ਤੇਰੇ ਸੰਸਕਾਰ ਆ, ਲੇਖ ਉੱਦਾਂ ਦਾ ਲਿਖਿਆ ਜਾਣਾ। ਅੱਛਾ, ਫਿਰ ਰੱਬ ਇੰਨੇ ਵਿਤਕਰੇ ਕਰਦਾ ਵੀ ਇੱਕ ਅਮੀਰ ਪਰਿਵਾਰ ਦਾ ਬੱਚਾ ਅਫਸਰ ਨਹੀਂ ਬਣ ਪਾਉਂਦਾ, ਇੱਕ ਝੌਂਪੜੀ 'ਚ ਰਹਿਣ ਵਾਲੇ ਦਾ ਬੱਚਾ, ਆ ਤਰਨਤਾਰਨ ਡਿਸਟ੍ਰਿਕਟ ਦੀ ਗੱਲ ਹੈ, ਘਰਾਂ 'ਚ ਪੇਂਟ ਕਰਨ ਵਾਲਾ ਵਿਅਕਤੀ, ਘਰਾਂ 'ਚ ਉਹਦਾ ਬੇਟਾ ਜੱਜ ਬਣਿਆ। ਜਿਹੜਾ ਘਰਾਂ 'ਚ ਪੇਂਟ ਕਰਦਾ ਸੀ, ਰੰਗ ਕਰਦਾ ਸੀ। ਹੁਣ ਜੇ ਉਹ ਇੱਦਾਂ ਸੋਚਦਾ, ਕਿਸਮਤ, ਕਿਸਮਤ ਖੁਦ ਬਣਾਈ ਜਾਂਦੀ ਹੈ, ਕਿਸਮਤ ਆਪਣੇ ਆਪ ਨਹੀਂ ਬਣਦੀ। ਅੱਛਾ, ਜੇ ਉਹ ਕਰਮਾਂ ਨੂੰ ਵੇਖਦੇ, ਜੇ ਮੰਨ ਲਓ ਉਹ ਕਿਸੇ ਰੰਗ ਕਰਨ ਵਾਲਾ ਵਿਅਕਤੀ ਇਹ ਸੋਚਦਾ ਵੀ ਕਦੀ ਮੇਰਾ ਬੱਚਾ ਵੀ ਜੱਜ ਬਣ ਸਕਦਾ, ਪਰ ਬੱਚੇ ਨੂੰ ਪਤਾ ਹੈ ਕਿ ਮੈਂ ਤਕਦੀਰ ਬਦਲਾਂਗਾ। ਤੇ ਅੱਜ ਬਾਪ ਜੱਜ, ਅੱਜ ਬੇਟਾ ਜੱਜ ਬਣ ਗਿਆ, ਤੇ ਅੱਜ ਬਾਪ ਨੂੰ ਵੀ ਮਾਣ ਹੋ ਰਿਹਾ ਕਿ ਨਹੀਂ? ਅੱਜ ਉਸੇ ਪੇਂਟ ਕਰਨ ਵਾਲੇ ਕੋਲੋਂ ਪਤਾ ਨਹੀਂ ਕਿੰਨਿਆਂ ਨੇ ਸਿਫਾਰਸ਼ਾਂ ਪਾਉਣੀਆਂ ਨੇ, ਤੇ ਕੱਲ੍ਹ ਤੱਕ ਉਹਨੂੰ ਕੁਝ ਜਾਣਦਾ ਨਹੀਂ ਹੋਏਗਾ। ਕਈ ਕਹਿਣਗੇ ਤੂੰ ਸਾਡੀ ਕੋਠੀ ਨੂੰ ਰੰਗ ਕੀਤਾ, ਸਾਡਾ ਇੰਨਾ ਕੁ ਮਾੜਾ ਮੋਟਾ ਕੰਮ ਕਰਾ ਦੇ। ਤੁਹਾਨੂੰ ਪਤਾ ਜੱਜ ਦੀ ਕਿੱਡੀ ਵੱਡੀ ਪਾਵਰ ਹੈ। ਹੁਣ ਜੇ ਉਹ ਇਹ ਸੋਚਦਾ ਕਿ ਮੈਂ ਤਾਂ, ਮੇਰੀ ਤੇ ਕਿਸਮ, ਤੁਸੀਂ ਆਮ ਵੇਖੋ ਸਮਾਜ ਰੋਜ਼ ਪੇਪਰ 'ਚ ਕੋਈ ਨਾ ਕੋਈ ਕਿਸੇ ਸਟੇਟ, ਕਿਸੇ ਇਲਾਕੇ ਦੀ ਨਿਊਜ਼ ਆਉਂਦੀ ਰਹਿੰਦੀ ਹੈ। ਉਹ ਤਰਨਤਾਰਨ ਦਾ ਇੱਕ ਸਧਾਰਨ ਪਰਿਵਾਰ ਦਾ, ਜਿਹੜਾ ਲੋਕਾਂ ਦੇ ਘਰਾਂ 'ਚ ਕਦੀ ਪੇਂਟ ਕਰਦਾ ਸੀ, ਉਹਦਾ ਬੇਟਾ ਜੱਜ ਬਣਿਆ। ਇਹ ਤੋਂ ਸਮਝ ਆ ਗਈ ਵੀ ਜੋ ਕਿਸਮਤ ਨੂੰ ਰੋਂਦਾ ਵੀ ਪਿਛਲੇ ਕਰਮ ਇੱਦਾਂ, ਇੱਕ ਕਰਮ ਫਿਲਾਸਫੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹਨਾਂ ਸਿਰ 'ਤੇ ਹੀ ਜੋਤਸ਼ੀਆਂ, ਪਾਂਧਿਆਂ, ਸਿਆਣਿਆਂ, ਬਾਬਿਆਂ, ਤਾਂਤਰਿਕਾਂ ਦੀਆਂ ਦੁਕਾਨਾਂ ਚੱਲਦੀਆਂ ਨੇ। ਇਹਨਾਂ ਵਿਸ਼ਿਆਂ ਨੂੰ ਸਮਝਣ ਲਈ ਬਹੁਤ ਸੁਰਤ ਟਿਕਾ ਚਾਹੀਦੀ। ਅਸੀਂ ਆਉਂਦੇ ਹਾਂ ਮੇਲੇ ਦੀ ਤਰ੍ਹਾਂ, ਗੁੱਸਾ ਨਾ ਮਨਾਇਓ, ਆਉਂਦੇ ਹਾਂ ਗੁਰਦੁਆਰੇ, ਗੋਲਕ 'ਚ 10 ਰੁਪਏ ਪਾਏ, ਕੀਰਤਨ ਹੋਇਆ, 10 ਮਿੰਟ ਸਿਰ ਮਾਰਿਆ, ਲੰਗਰ ਛਕਿਆ ਤੇ ਘਰ ਨੂੰ ਚਲੇ ਗਏ। ਤੇ ਫਿਰ ਜਾ ਕੇ ਕਿਸੇ ਜੋਸ਼ੀ ਨੂੰ ਹੱਥ ਵਿਖਾਉਂਦੇ ਹੁੰਦੇ ਨੇ, ਦੱਸਿਓ ਜੀ ਮੇਰੇ ਭਾਗਾਂ 'ਚ ਕੀ ਲਿਖਿਆ। ਸਾਡੀ ਹਾਲਤ ਇਹ ਆ, ਅਸੀਂ ਇੱਕ ਉੱਚ ਅਦਾਰੇ ਗੁਰੂ ਕੋਲੋਂ ਆ ਕੇ ਵੀ ਜਾ ਕੇ ਫਿਰ ਦੂਜਿਆਂ ਕੋਲੋਂ ਪੁੱਛਦੇ ਫਿਰਦੇ ਹਾਂ। ਅਸੀਂ ਸਿੱਖਿਆ ਨਹੀਂ ਲੈ ਪਾਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਰੋਜ਼ ਘੜਨਾ ਕਿਵੇਂ ਹੈ। ਇਹ ਉਹ ਟਕਸਾਲ ਹੈ, ਜਿਵੇਂ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਨੇ, ਸ਼ਬਦ ਐਸੀ ਟਕਸਾਲ ਹੈ ਜਿੱਥੇ ਸੁਰਤ, ਮਤ, ਬੁੱਧ ਘੜੀ ਜਾਂਦੀ ਹੈ। ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ।
ਤੇ ਘੜਾਂਗੇ ਤਾਂ ਜੇ ਅਸੀਂ ਆਵਾਂਗੇ। ਲੱਕੜ ਹੁਣ ਕਵੇ ਮੈਂ ਕਾਰੀਗਰ ਨੂੰ ਕਵੇ ਮੈਨੂੰ ਹੱਥ ਨਾ ਲਾਈ ਪਰ ਮੈਨੂੰ ਘੜ ਦੇ, ਉਹ ਕਹੇਗਾ ਘੜੂੰਗਾ ਤਾਂ ਹੀ ਜੇ ਤੂੰ ਕਹੇਂਗੀ ਮੈਨੂੰ ਲਿਆ ਤੈਨੂੰ ਮੈਂ ਛਿੱਲਾਂ। ਤੇ ਜਦੋਂ ਕਾਰੀਗਰ ਨੇ ਉਹਨੂੰ ਛਿੱਲ ਛਲਈਆ ਕਰਨਾ, ਰੰਦਾ ਫੇਰਨਾ, ਕਿੰਨੀਆਂ ਛਿਲਤਾਂ ਤੁਸੀਂ ਵੇਖੋ ਲੱਕੜ ਦੀ ਦੁਕਾਨ 'ਤੇ ਕਿੱਦਾਂ ਘਰ 'ਚ ਬੂਰਾ ਹੀ ਬੂਰਾ ਹੋਇਆ ਹੁੰਦਾ। ਤੇ ਫਿਰ ਜਦੋਂ ਆਪਾਂ ਦਰਵਾਜ਼ੇ ਨੂੰ ਇੱਦਾਂ ਵੇਖ ਕੇ ਆਨੇ ਕਿਆ ਕਮਾਲ ਦਾ ਦਰਵਾਜ਼ਾ ਬਈ, ਉਹ ਦਰਵਾਜ਼ਾ ਆਂਦਾ ਇੱਦਾਂ ਨਾ ਤਾਰੀਫਾਂ ਕਰ, ਮੈਨੂੰ ਪੁੱਛ ਕੇ ਵੇਖ ਕਿੱਦਾਂ ਜਾਨ ਕੱਢੀ ਮੇਰੀ ਰੰਦੇ 'ਤੇ ਫੇਰ ਫੇਰ ਕੇ ਉਹਨੇ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜੀਆਂ ਜਿਹੜੀ ਨਚੀਜ ਸੀ ਜਿਹੜੀ ਲੱਕੜ ਵੱਲ, ਅੱਛਾ ਉੱਦਾਂ ਲੱਕੜ ਦਾ ਕੋਈ ਟੁਕੜਾ ਪਿਆ ਹੋਵੇ ਉਹਨੂੰ ਕੋਈ ਵਹਿੰਦਾ, ਪਰ ਜਦੋਂ ਉਹਨੂੰ ਕਾਰੀਗਰ ਦਾ ਹੱਥ ਲੱਗਦਾ ਲੋਕ ਕੀ ਕਹਿੰਦੇ ਆ, ਫਿਰ ਇੱਦਾਂ ਕਹਿੰਦੇ ਆ। ਅਗਲਾ 500 ਰੁਪਇਆ ਵੀ ਨਿੱਕੇ ਜਿਹੇ ਪੀਸ ਦਾ ਮੰਗੇ ਨਾ ਤੇ ਬੰਦਾ ਹੱਸ ਕੇ ਦਿੰਦਾ, ਉੱਦਾਂ ਲੱਕੜ ਦਾ ਟੁਕੜਾ ਭਾਵੇਂ ਏਡਾ ਵੱਡਾ ਹੋਵੇ, ਹਾਂ ਅਗਲੇ ਦੀ ਕਢਾਈ ਅਗਲੇ ਦੀ ਮੀਨਾਕਾਰੀ ਹੈ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਹੁਣ ਜਿਹਦੇ ਸੰਸਕਾਰ ਬੁਰੇ ਨੇ, ਜਿਹਦੀ ਸ਼ਾਹੀ ਬੁਰੀ ਹੈ ਉਹਨੇ ਬੁਰਾ ਲਿਖ ਲਿਆ, ਜਿਹਦੀ ਸ਼ਾਹੀ ਚੰਗੀ ਹੈ, ਜਿਹਦੇ ਸੰਸਕਾਰ ਚੰਗੇ ਨੇ ਉਹਨੇ ਚੰਗਾ ਲਿਖ ਲਿਆ। ਹੁਣ ਜੱਜ ਦੇ ਉਸ ਪੇਂਟਰ ਦੇ ਬੱਚੇ ਨੇ, ਉਹ ਜਿਹੜਾ ਬੇਟਾ ਸੀ ਜਿਹੜਾ ਰੰਗ ਕਰਦਾ ਸੀ ਲੋਕਾਂ ਦੇ ਘਰਾਂ 'ਚ, ਉਹ 24 ਘੰਟੇ ਇਹੋ ਸੋਚਦਾ ਸੀ ਕਿ ਮੈਂ ਆਹ ਸਟੱਡੀ ਕਰਨੀ ਹੈ, ਮੈਂ ਮਿਹਨਤ ਕਰਨੀ ਹੈ, ਮੈਂ ਪੜ੍ਹਨਾ ਹੈ। ਬੜੇ ਬੱਚੇ ਨੇ ਜਿਹੜੇ ਆਰਮੀ ਵਿੱਚ ਇੱਕ ਸਿਪਾਹੀ ਭਰਤੀ ਹੋਏ ਅਤੇ ਅਫਸਰ ਬਣ ਕੇ ਆਏ ਉੱਥੋਂ। ਅਗਲਿਆਂ ਦਾ ਟਾਰਗੇਟ ਸੀ, ਮਿਹਨਤ ਕੀਤੀ। ਕਈ ਇੱਥੋਂ ਬੱਚੇ ਸਟੱਡੀ ਵੀਜ਼ੇ 'ਤੇ ਗਏ ਨੇ, ਬਾਹਰਲੀਆਂ ਕੰਟਰੀ ਪੁਲਿਸ ਜਾ ਕੇ ਭਰਤੀ ਹੋਏ, ਬਾਹਰਲੀ ਆਰਮੀ 'ਚ ਭਰਤੀ ਹੋਏ, ਬਾਹਰਲੀ ਫੌਜ ਵਿੱਚ ਭਰਤੀ ਹੋਏ। ਹੁਣ ਲੰਮੇ ਪਿਆ ਬਿਸਤਰੇ 'ਚ ਸਾਰਾ ਕੁਝ ਮਿਲ ਨਹੀਂ ਜਾਣਾ। ਹੁਣ ਜੇ ਬੰਦਾ ਕਹੇ ਜੀ ਮੈਂ ਲੰਮੇ ਪਿਆ ਸਾਰਾ ਕੁਝ ਮੈਨੂੰ ਇੱਥੇ ਮਿਲ ਜਾਏ, ਤੇ ਇੱਦਾਂ ਤਾਂ ਗੱਲ ਬਣਨੀ ਕੋਈ ਨਹੀਂ। ਮਿਹਨਤਾਂ ਭਾਈ, ਹੁਣ ਜਿਹੜੇ ਜੱਜ ਬਣਦੇ ਆ, ਜਿਹੜੇ ਪੁਲਿਸ ਅਫਸਰ ਬਣਦੇ ਆ, ਜਿਹੜੇ ਡਾਕਟਰ ਬਣਦੇ, ਹੁਣ ਤੁਸੀਂ ਕਿਸੇ ਡਾਕਟਰ ਦੀ ਜਰਨੀ ਵੇਖੋ, ਉਹਦਾ ਸਫ਼ਰ ਵੇਖੋ ਤੁਸੀਂ ਕਿੰਨਾ ਉਹਨੇ ਸਫ਼ਰ ਕੀਤਾ। ਉਹਨੂੰ ਪੁੱਛ ਕੇ ਵੇਖੋ ਤੂੰ ਕਿੱਦਾਂ ਪਹੁੰਚਿਆ, ਕਹਿੰਦਾ ਮੈਂ ਆਪਣੇ ਪੂਰੇ ਪਰਿਵਾਰ ਦੇ ਵਿਆਹਾਂ ਵਿੱਚ ਫੰਕਸ਼ਨ ਅਟੈਂਡ ਨਹੀਂ ਕਰ ਸਕਿਆ, ਮੈਂ ਬਾਕੀ ਬੱਚਿਆਂ ਤਰ੍ਹਾਂ ਖਰਮਸਤੀਆਂ ਨਹੀਂ ਕਰ ਸਕਿਆ, ਮੈਂ ਨੀਂਦ ਭੁੱਖ ਹਰ ਇੱਕ ਚੀਜ਼ ਨਾਲ ਲੜਿਆ ਤਾਂ ਜਾ ਕੇ ਇੱਥੇ ਪਹੁੰਚਿਆ, ਤਾਂ ਜਾ ਕੇ ਅੱਜ ਮੈਨੂੰ ਕੋਈ ਮਿਲਣ ਵਾਸਤੇ ਲਾਈਨ 'ਚ ਲੱਗਦਾ ਹੈ, ਤਾਂ ਜਾ ਕੇ ਮੇਰੇ ਨਾਲ ਇੰਨੇ ਲੋਕ ਤੁਰੇ ਫਿਰਦੇ ਨੇ। ਫਰਕ ਹੈ, ਅਗਲਾ ਇੱਥੋਂ ਤੱਕ ਪਹੁੰਚਣ ਲਈ ਮਿਹਨਤ ਹੈ। ਹੁਣ ਬੰਦਾ ਕਿਸੇ ਦੀ ਬਗੀਚੇ ਵਿੱਚ ਫੁੱਲ ਖਿੜਿਆ ਤੇ ਸਾਰਿਆਂ ਨੂੰ ਚੰਗਾ ਲੱਗਦਾ ਹੈ, ਪਰ ਉਸ ਫੁੱਲ ਨੂੰ ਉੱਥੋਂ ਤੱਕ ਲੈ ਕੇ ਜਾਣ ਵਿੱਚ ਕਿੰਨੀ ਮਿਹਨਤ ਹੈ, ਕਿੱਦਾਂ ਗੋਡੀ ਕੀਤੀ ਹੈ, ਕਿੱਦਾਂ ਪਾਣੀ ਦਿੱਤਾ ਹੈ, ਇਹ ਵੀ ਤਾਂ ਵੇਖਣਾ ਪੈਣਾ ਹੈ ਨਾ। ਹੁਣ ਆਪਾਂ ਕਈ ਵਾਰੀ ਕਿਸੇ ਦੇ ਘਰ ਜਾਂਦੇ ਹਾਂ, ਗਰੀਨਰੀ ਕਈਆਂ ਨੂੰ ਬੜਾ ਸ਼ੌਂਕ ਹੁੰਦਾ, ਗੁਲਦਸਤੇ ਫੁੱਲ ਗਮਲੇ ਬੜਾ ਸੋਹਣਾ, ਆਪਾਂ ਪੁੱਛਦੇ ਜਾਂਦੇ ਹਾਂ ਇਹ ਬੜਾ ਵਧੀਆ। ਅਤੇ ਉਹ ਕਈਆਂ ਘਰਾਂ 'ਚ ਬੀਬੀਆਂ ਨੂੰ ਸ਼ੌਂਕ ਹੁੰਦਾ, ਕਈਆਂ ਘਰਾਂ 'ਚ ਮਰਦਾਂ ਨੂੰ ਸ਼ੌਂਕ ਹੁੰਦਾ ਹੈ, ਉਹਨਾਂ ਨੂੰ ਸ਼ੌਂਕ ਹੁੰਦਾ ਵੀ ਸਾਡੇ ਘਰ 'ਚ ਸੋਹਣੇ ਫੁੱਲ ਬੂਟੇ ਲੱਗੇ ਹੋਣ। ਦਿਲ ਤਾਂ ਸਾਡਾ ਵੀ ਬੜਾ ਕਰਦਾ ਵੀ ਇਹੋ ਜਿਹੇ ਗਮਲੇ ਫੁੱਲ ਸਾਡੇ ਘਰ ਵੀ ਹੋਣ। ਅਗਲਾ ਕਹਿੰਦਾ ਜੀ ਇਹਦੇ ਵਾਸਤੇ 1.5-2 ਘੰਟੇ ਤੁਹਾਨੂੰ ਰੋਜ਼ ਟਾਈਮ ਕੱਢਣਾ ਪੈਣਾ, ਸਮਾਂ ਕੱਢਣਾ ਪੈਣਾ, ਆਪਣੇ ਆਪ ਕੁਝ ਨਹੀਂ ਹੋਣਾ, ਮਿਹਨਤ। ਹੁਣ ਇੱਥੇ ਸ਼ਬਦ ਹੈ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ। ਇੱਥੇ ਕਿਰਤ ਦਾ ਅਰਥ ਕੀ ਹੈ? ਸੁਭਾਅ। ਜਿੱਦਾਂ ਜਿੱਦਾਂ ਸਾਡਾ ਸੁਭਾਅ ਸਾਨੂੰ ਤੋਰਦਾ ਅਸੀਂ ਉੱਦਾਂ ਤੁਰਦੇ ਹਾਂ। ਸੁਭਾਅ ਸਾਡਾ ਡਰਾਈਵਰ ਹੈ, ਜਿਹਨੂੰ ਬਾਣੀ 'ਚ ਆਖਿਆ ਨਾਨਕ ਮੇਰ ਸਰੀਰ ਕਾ ਇੱਕ ਰੱਥ। ਅੱਛਾ ਗੱਡੀ ਆਪਣੇ ਆਪ ਤੁਰਦੀ ਕਿ ਗੱਡੀ ਨੂੰ ਡਰਾਈਵਰ ਤੋਰਦਾ ਜੀ? ਬੋਲੋ ਸਾਧ ਸੰਗਤ ਜੀ, ਡਰਾਈਵਰ ਤੋਰਦਾ ਨਾ। ਡਰਾਈਵਰ ਨੇ ਰਾਈਟ ਲੈ ਕੇ ਜਾਣੀ ਹੈ, ਲੈਫਟ ਲੈ ਕੇ ਜਾਣੀ ਹੈ, ਗੱਡੀ ਦਾ ਤਾਂ ਆਪਣੇ ਹੱਥ ਕੁਝ ਨਹੀਂ ਹੈਗਾ। ਬਸ ਆਹ ਸਮਝੋ ਸਰੀਰ ਗੱਡੀ ਆ, ਇਹਦਾ ਡਰਾਈਵਰ ਤੁਹਾਡਾ ਸੁਭਾਅ ਆ। ਜੇ ਸਾਨੂੰ ਕੋਈ ਇੱਕ ਲਾਈਨ 'ਚ ਪੁੱਛੇ, ਇੱਕੋ ਪੰਕਤੀ 'ਚ ਪੁੱਛੇ ਵੀ ਅਸੀਂ ਗੁਰਦੁਆਰੇ ਕੀ ਲੈਣ ਆਉਂਦੇ ਹਾਂ, ਸਾਡਾ ਜਵਾਬ ਹੋਣਾ ਚਾਹੀਦਾ ਮੈਂ ਆਪਣੀ ਜ਼ਿੰਦਗੀ ਦਾ ਡਰਾਈਵਰ ਲੈਣ ਆਉਣਾ ਗੁਰੂ ਕੋਲੋਂ। ਫਰੈਸ਼ ਡਰਾਈਵਰ, ਨਵਾਂ ਡਰਾਈਵਰ, ਸੁਭਾਅ। ਹੁਣ ਕਈਆਂ ਨੂੰ 30-30 ਸਾਲ ਆਉਂਦਿਆਂ ਹੋ ਗਏ, ਡਰਾਈਵਰ ਉਹ ਆਪਣੇ ਹੀ ਰੱਖਦੇ ਆ। ਬੋਲੋ ਜੀ, ਉਹ ਬੋਲੋ ਭਾਈ। ਉਹ ਆਉਂਦੇ ਮਹਾਰਾਜ ਜੇ ਡਰਾਈਵਰ ਤੁਹਾਡਾ ਲੈ ਲਿਆ ਤਾਂ ਫਿਰ ਗੱਡੀ ਫਿਰ ਉਹ ਤੁਹਾਡੇ ਹਿਸਾਬ ਨਾਲ ਚੱਲਣੀ ਨਹੀਂ। ਇਸ ਕਰਕੇ ਮੱਥਾ ਟੇਕੂੰ, ਰੁਮਾਲਾ ਵੀ ਮਹਿੰਗਾ ਚੜਾਊਂ, ਚੌਰ ਵੀ ਚੜਾਊਂ, ਥਾਲੀਆਂ 15 ਦੀਆਂ 20 ਚੜਾ ਦੂੰ, ਲੰਗਰ ਭਾਵੇਂ ਮੈਂ ਇਕੱਲਾ ਹੀ ਲਾ ਦੂੰ, ਪਰ ਡਰਾਈਵਰ ਮੇਰਾ ਆਪਣੇ ਰਹੂ। ਉਹ ਬੋਲੋ ਭਾਈ। ਤੇ ਜੇ ਡਰਾਈਵਰ ਦੇਤਾ ਗੁਰੂ ਨੇ, ਉਹਨੇ ਗੱਡੀ ਠੇਕੇ ਨਹੀਂ ਜਾਣ ਦੇਣੀ। ਜੇ ਡਰਾਈਵਰ ਦਿੱਤਾ ਗੁਰੂ ਨੇ,
ਉਹਨੇ ਕੁੜਮਾਂ ਕੋਲੋਂ ਮੁੰਦਰੀ नहीं पै लैन देनी। ਹੁਣ ਵੇਖੋ ਤੁਸੀਂ ਸੱਦ ਤਾਂ ਲਿਆ, ਤੁਹਾਨੂੰ ਸੁਣਨਾ ਤਾਂ ਪੈਣਾ ਹੀ ਆ ਨਾ। ਹੋ ਰਿਹਾ ਕਿ ਨਹੀਂ ਹੋ ਰਿਹਾ ਜੀ? ਉਹਨੇ ਕੁੜਮਾਂ ਕੋਲੋਂ ਮੁੰਦਰੀ ਲੈਣ ਨਹੀਂ ਦੇਣੀ। ਜੇ ਡਰਾਈਵਰ ਗੁਰੂ ਕੋਲ ਲੈ ਲਿਆ, ਉਹਨੇ ਕਹਿਣਾ ਨੂੰਹ ਚੋਂ ਧੀ ਵੇਖ, ਤੇ ਨੂੰਹ ਨੂੰ ਕਹਿਣਾ ਸੱਸ ਚੋਂ ਮਾਂ ਵੇਖ, ਸਹੁਰੇ ਚੋਂ ਪਿਤਾ ਵੇਖ, ਦੇਰਾਂ ਜੇਠਾਂ ਚੋਂ ਭਰਾ ਵੇਖ, ਤੇ ਪਤਨੀ ਨੂੰ ਅਦਬ ਦੇ, ਕਿਉਂਕਿ ਉਹ ਆਪਣਾ ਪੇਕਾ ਪਰਿਵਾਰ ਛੱਡ ਕੇ ਆਈ ਆ, ਉਹਦਾ ਸਤਿਕਾਰ ਕਰ। ਅਸੀਂ 30 35 35 40 ਸਾਲ ਗੁਰਦੁਆਰੇ ਆਉਂਦਿਆਂ ਹੋ ਗਏ। ਡਰਾਈਵਰ ਆਪਣਾ ਤੇ ਗੱਡੀ ਡਰਾਈਵਰ ਸਿਰ ਤੇ ਹੁੰਦੀ ਹੈ। ਡਰਾਈਵਰ ਚੰਗਾ ਹੋਵੇ ਨਾ, 15 ਸਾਲ ਪੁਰਾਣੀ ਗੱਡੀ ਵੀ ਨਵੀਂ ਲੱਗਦੀ ਹੈ। ਡਰਾਈਵਰ ਮਾੜਾ ਹੋਵੇ ਤੇ 2-3 ਸਾਲਾਂ 'ਚ ਹੀ ਗੱਡੀ ਖੜਕਾ ਦਿੰਦਾ। ਸੁਭਾਅ ਡਰਾਈਵਰ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾ ਤੇ ਇੱਕ ਰਥਵਾ ਵਾ, ਇੱਕ ਚਲਾਉਣ ਵਾਲਾ ਵਾ। ਰਥ ਗੱਡੀ, ਰਥਵਾ ਡਰਾਈਵਰ ਚਲਾਉਣ ਵਾਲਾ। ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਵਟਾਈਆਂ, ਗਿਆਨੀ ਬੁੱਝੈ ਤਾ। ਜੁਗ ਜੁਗ ਸਮੇਂ ਸਮੇਂ ਤੇ ਹੀ ਜਦੋਂ ਡਰਾਈਵਰ ਬਦਲਦਾ, ਨਾਲ ਹੀ ਗੱਡੀ ਬਦਲ ਜਾਂਦੀ ਹੈ। ਸਤਿਯੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਜਦੋਂ ਡਰਾਈਵਰ ਧਰਮੀ ਹੁੰਦਾ ਤੇ ਜ਼ਿੰਦਗੀ ਸੰਤੋਖ ਵਾਲੀ ਹੁੰਦੀ। ਫਿਰ ਜਦੋਂ ਤੁਹਾਡਾ ਡਰਾਈਵਰ ਧਰਮੀ ਹੋਏਗਾ ਨਾ, ਉਦੋਂ ਜ਼ਿੰਦਗੀ ਸੰਤੋਖ ਵਾਲੀ ਹੋਏਗੀ। ਤੇ ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਜਦੋਂ ਡਰਾਈਵਰ ਝੂਠ ਹੋਏਗਾ ਤੇ ਤੁਹਾਡੀ ਜ਼ਿੰਦਗੀ ਫਿਰ ਕਲਯੁਗ ਹੋਏਗੀ। ਤੁਹਾਡੀ ਜ਼ਿੰਦਗੀ ਨੂੰ ਕੋਈ ਕਲਯੁਗ ਤੋਂ ਸਤਯੁਗ ਨਹੀਂ ਬਣਾ ਸਕਦਾ ਜਦੋਂ ਤੱਕ ਤੁਸੀਂ ਡਰਾਈਵਰ ਨਹੀਂ ਚੇਂਜ ਕਰਦੇ। ਲਿਖਿਆ ਹੁੰਦਾ ਨਾ ਬੱਸਾਂ ਦੇ ਬਾਰੀਆਂ ਦੇ ਨਾਲ, ਡਰਾਈਵਿੰਗ ਤੇ ਸ਼ਰਾਬ ਦਾ ਕੋਈ ਮੇਲ ਨਹੀਂ। ਬੋਲੋ ਭਾਈ, ਉਹਦਾ ਕੀ ਮਤਲਬ ਆ? ਵੀ ਜੇ ਡਰਾਈਵਰ ਨੇ ਨਸ਼ਾ ਪੀ ਲਿਆ ਤੇ ਗੱਡੀ ਸਹੀ। ਅੱਛਾ, ਜੇ ਇਸ ਮਨ ਰੂਪੀ ਡਰਾਈਵਰ ਨੇ, ਸੁਭਾਅ ਰੂਪੀ ਡਰਾਈਵਰ ਨੇ ਵਿਸ਼ਿਆਂ ਵਕਾਰਾਂ ਦਾ ਨਸ਼ਾ ਪੀ ਲਿਆ ਤੇ ਜ਼ਿੰਦਗੀ ਦੀ ਗੱਡੀ ਦਾ ਐਕਸੀਡੈਂਟ ਹੋਏਗਾ ਕਿ ਨਹੀਂ ਹੋਏਗਾ? ਬਸ ਹੋਏਗਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਕਰਨੀ ਕਾਗਦ। ਪਾਤਸ਼ਾਹ ਦੀ ਬਾਣੀ ਪੜ੍ਹੋ, ਸਮਝੋ। ਰੋਜ਼ ਇੱਕ ਸ਼ਬਦ ਆਪਣੇ ਪਰਿਵਾਰਾਂ 'ਚ ਵਿਚਾਰੋ। ਰੋਜ਼ ਇੱਕ ਸ਼ਬਦ ਦੀ ਵਿਚਾਰ ਕਰੋ ਆਪਣੇ ਪਰਿਵਾਰ 'ਚ ਬਹਿ ਕੇ। ਰੋਜ਼ ਡੇਲੀ ਅੱਧਾ ਵਿਚਾਰ ਲਓ, ਉਹਦਾ ਮੰਥਨ ਕਰੋ, ਉਹਨੂੰ ਰਿੜਕੋ ਚੰਗੀ ਤਰ੍ਹਾਂ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਬੁਰਾ ਤੇ ਭਲਾ ਦੋ ਆਰਟੀਕਲ ਹੈ, ਦੋ ਲੇਖ ਨੇ। ਚੰਗੀ ਸਿਆਹੀ ਤੇ ਚੰਗਾ ਲੇਖ, ਮਾੜੀ ਸਿਆਹੀ ਤੇ ਮਾੜਾ ਲੇਖ। ਜਿਉਂ ਜਿਉਂ ਕਿਰਤ ਚਲਾਏ। ਕਿਰਤ ਸਮਝ ਆ ਗਈ? ਸੁਭਾਅ। ਜਿੱਦਾਂ ਸੁਭਾਅ ਤੁਹਾਡੀ ਗੱਡੀ ਚਲਾਉਂਦਾ, ਉੱਦਾਂ ਗੱਡੀ ਚਲੀ ਜਾਂਦੀ ਹੈ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ। ਜਿਵੇਂ ਸੁਭਾਅ ਗੱਡੀ ਚਲਾਉਂਦਾ, ਤਿਉਂ ਚੱਲੀਏ, ਉੱਦਾਂ ਹੀ ਗੱਡੀ ਚੱਲਦੀ ਹੈ। ਤੋ ਗੁਣ ਨਾਹੀ ਅੰਤ ਹਾਰੇ। ਰੱਬ ਜੀ, ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ, ਪਰ ਸੱਚਾਈ ਇਹ ਆ, ਮੈਂ ਜ਼ਿੰਦਗੀ ਆਪਣੇ ਸੁਭਾਅ ਮੁਤਾਬਕ ਹੀ ਤੋਰਦਾ। ਮੈਂ ਮੱਥਾ ਵੀ ਤੁਹਾਡੇ ਅੱਗੇ ਟੇਕਦਾ, ਪਰਿਕਰਮਾ ਵੀ ਕਰਦਾ, ਦੇਗ ਵੀ ਲੈਣਾ, ਲੰਗਰ ਵੀ ਛਕਦਾ, ਪਰ ਜ਼ਿੰਦਗੀ ਮੈਂ ਆਪਣੇ ਸੁਭਾਅ ਮੁਤਾਬਕ ਹੀ ਜਿਉਣਾ। ਉਹਦੇ ਵਿੱਚ ਮੈਂ ਤੁਹਾਡੀ ਕੋਈ ਦਖਲ ਅੰਦਾਜ਼ੀ ਪਸੰਦ ਨਹੀਂ ਕਰਦਾ ਜੀ। ਹੁਣ ਇਹ ਸ਼ਬਦ ਵਰਤੇ ਪਾਤਸ਼ਾਹ ਜੀ ਨੇ ਬਾਣੀ ਵਿੱਚ, ਬਾਰ-ਬਾਰ ਵਰਤੇ ਸਾਨੂੰ ਸਮਝਾਉਣ ਵਾਸਤੇ ਕਿ ਜਿੱਦਾਂ ਮੇਰਾ ਸੁਭਾਅ ਉੱਦਾਂ ਦੀ ਮੈਂ ਜ਼ਿੰਦਗੀ ਜਿਉਣਾ ਹੈ। ਜਾੜੀ ਰਹਿਣਾ। ਹੁਣ ਮਨ ਨੇ ਸੱਚ ਨੂੰ ਭੁਲਾਤਾ ਤੇ ਰਾਤ ਜਾਲ ਬਣ ਗਈ ਆ। ਜਾਲ ਹੁੰਦੇ ਨਾ, ਜਾਲ 'ਚ ਪੰਛੀ ਨੂੰ ਫਸਾਇਆ ਜਾਂਦਾ। ਪੰਛੀ ਨੂੰ ਪਹਿਲਾਂ ਚੋਗਾ ਸੁੱਟਿਆ ਜਾਂਦਾ, ਪੰਛੀ ਚੋਗੇ 'ਚ ਮਸਤ ਹੋ ਜਾਂਦਾ, ਫਿਰ ਸ਼ਿਕਾਰੀ ਉੱਤੇ ਜਾਲ ਪਾ ਦਿੰਦਾ ਤੇ ਬੰਨ੍ਹ ਕੇ ਉਹਨੂੰ ਜਾ ਕੇ ਪਿੰਜਰੇ 'ਚ ਕੈਦ ਕਰ ਦਿੰਦਾ। ਇੱਥੇ ਪੰਛੀ ਕੌਣ ਹੈ? ਜੀਵ। ਚੋਗਾ ਕੀ ਆ? ਵਿਸ਼ੇ ਵਕਾਰ। ਇਹ ਚੋਗੇ 'ਚ ਮਸਤ ਹੁੰਦਾ ਤੇ ਉੱਤੇ ਫਿਰ ਜਾਲ ਪੈ ਜਾਂਦਾ। ਇੱਥੇ ਅੱਜ ਜਾਲ 'ਚ ਬੰਦਾ, ਇਸ ਜਾਲ 'ਚ ਇਹਨੂੰ ਕਿਸੇ ਹੋਰ ਨੇ ਨਹੀਂ ਫਸਾਇਆ, ਇਹ ਖੁਦ ਆਪ ਫਸਿਆ। ਜਾੜੀ ਰਹਿਣਾ, ਜਾਲ ਦਿਨ ਹੁਆ। ਰਾਤ ਵੀ ਜਾਲ ਬਣ ਗਈ ਤੇ ਦਿਨ ਵੀ ਜਾਲ ਬਣ ਗਿਆ। ਜੇਤੀ ਘੜੀ, ਉਸ ਦਿਨ ਤੇ ਰਾਤ ਵਿੱਚ ਜਿਹੜੀਆਂ ਘੜੀਆਂ ਹੁੰਦੀਆਂ ਨੇ, ਸਕਿੰਟ ਮਿੰਟ, ਇਹ ਵੀ ਜਾਲ ਬਣ ਗਏ। ਜਾੜੀ ਰਹਿਣਾ, ਜਾਲ ਦਿਨ ਹੁਆ।
ਜੇ ਤੀ ਘੜੀ, ਆਪਾਂ ਨਹੀਂ ਕਹਿੰਦੇ ਪਤਾ ਨਹੀਂ ਉਹ ਕਿਹੜੀ ਘੜੀ ਸੀ ਜਦੋਂ ਇਹਦੇ ਕੋਲੋਂ ਇਹ ਗੱਲ, ਪਤਾ ਨਹੀਂ ਉਹ ਕਿਹੜੀ ਘੜੀ ਸੀ ਜਦੋਂ 2000 ਰਿਸ਼ਵਤ ਲੈਂਦਾ ਫੜਿਆ ਗਿਆ। ਲੱਖ ਰੁਪਈਆ ਸੈਲਰੀ ਭੈਣੇ, ਉਹ ਪਤਾ ਨਹੀਂ ਕਿਹੜੀ ਕਲੈਣੀ ਘੜੀ ਸੀ ਜਦੋਂ ਉਹ ਪੈਸੇ ਲੈ ਕੇ ਆਏ, ਨਾਲ ਪਿੱਛੇ ਲੱਗੇ ਹੋਏ ਸੀ, ਉਹਨਾਂ ਆਣ ਕੇ ਇੱਥੋਂ ਗੁੱਟੋਂ ਹੀ ਫੜ ਲਿਆ। ਉਹਦੀ ਘੜੀ ਆ ਨਾ, ਉਹ ਘੜੀ ਤੱਕ ਆਉਣ ਲਈ ਕਿੰਨੇ ਦਿਨ ਪਹਿਲਾਂ ਅਗਲਿਆਂ ਨੇ ਉਹ ਚੋਗਾ ਪਾਇਆ ਤੇ ਜਾਲ ਵਿਛਾਇਆ, ਪਰ ਉਹ ਘੜੀ ਆ ਇਹੋ ਜਿਹੀ ਆਈ ਤੇ ਬੰਦਾ ਫਸ ਗਿਆ। ਜਾਲੀ ਰਹਿਣਾ ਜਾਲ ਦਿਨ ਹੁਆ, ਜੇਤੀ ਘੜੀ, ਪਹਿਲਾਂ ਦਿਨ ਤੇ ਫਿਰ ਰਾਤ, ਫਿਰ ਅੱਗੇ ਘੜੀ ਆ ਗਈ, ਸਕਿੰਟ ਮਿੰਟ। ਜੇਤੀ ਘੜੀ ਫਾਹੀ 33, ਫਿਰ ਉਹਦੇ ਵਿੱਚ ਜਿਹੜੀਆਂ ਅੱਗੇ ਸਕਿੰਟ ਮਿੰਟ ਘੜੀਆਂ, ਫਿਰ ਉਹ ਫਾਹੀ ਦਾ ਕੰਮ ਕਰਦੀਆਂ। ਰਸ ਰਸ ਚੋਗ ਚੁਗੈ ਨਿਤ ਫਾਸੈ, ਅਸਾਂ ਚਸਕੇ ਲੈ ਲੈ ਕੇ ਚੋਗੇ ਚੁਗਦਾ ਫਿਰ ਇਹ ਜੀਵ ਰੂਪੀ ਪੰਛੀ। ਛੂਟ ਸਮੂੜੇ, ਛੂਟ ਸਮੂੜੇ, ਹੇ ਮੁੜਿਆ ਕਿੱਦਾਂ ਛੁੱਟੇਗਾ। ਛੂਟ ਸਮੂੜੇ ਕਵਣ ਗੁਣੀ, ਕਿਹੜਾ ਗੁਣ ਐਸਾ ਜਿਹੜੇ ਗੁਣ ਦੇ ਸਿਰ ਤੇ ਤੂੰ ਇਸ ਜਾਲ ਵਿੱਚੋਂ ਬਾਹਰ ਨਿਕਲੇਗਾ। ਛੂਟ ਸਮੂੜੇ ਕਵਣ ਗੁਣੀ, ਕਾਇਆ ਆਰਣ, ਵੈਸੇ ਆਰਣ ਜਿਹੜਾ ਸ਼ਬਦ ਨਾ ਐਰਣ, ਇਹ ਕਹਿੰਦੇ ਨੇ ਉਸ ਸਿਲ ਨੂੰ, ਉਸ ਲੋਹੇ ਦੇ ਪੀਸ ਨੂੰ ਜਿਹਦੇ ਉੱਤੇ ਲੋਹਾ ਰੱਖ ਕੇ ਕੁੱਟਦਾ। ਤੁਸੀਂ ਕਿਸੇ ਲੁਹਾਰ ਕੋ ਜਾਇਓ, ਉਹਨੂੰ ਪੁੱਛਿਓ ਐਰਣ ਕਿਹਨੂੰ ਕਹਿੰਦੇ ਆ। ਐਰਣ ਹੁੰਦਾ ਉਹ ਪੱਥਰ ਦਾ ਪੀਸ ਜਿਹਦੇ ਉੱਤੇ ਉਹ ਟੋਕਾ ਰੱਖ ਕੇ ਜਾਂ ਕੋਈ ਵੀ ਤੇਜ਼ ਹਥਿਆਰ ਰੱਖ ਕੇ ਕੁੱਟਦਾ। ਪਰ ਇੱਥੇ ਐਰਣ ਦਾ ਅਰਥ ਉਹ ਲੋਹੇ ਦਾ ਪੀਸ ਨਹੀਂ ਆ, ਇੱਥੇ ਲੋਹੇ ਦਾ, ਇੱਥੇ ਐਰਣ ਦਾ ਅਰਥ ਹੈ ਭੱਠੀ, ਕਿਉਂਕਿ ਭੱਠੀ ਦਾ ਸੰਬੰਧ ਲੋਹੇ ਨਾਲ ਹੈ। ਜੇ ਲੋਹਾ ਗਰਮ ਕਰਾਂਗੇ ਤਾਂ ਹੀ ਆਪਾਂ ਐਰਣ 'ਤੇ ਕੁੱਟਾਂਗੇ। ਇੱਥੇ ਕਾਮਨ ਸ਼ਬਦ ਵਰਤਾ, ਸਾਂਝਾ ਸ਼ਬਦ। ਤੁਸੀਂ ਕਿਸੇ ਲੋਹਾਰ ਦੇ ਕੋਲ ਜਾ ਕੇ ਭਾਵੇਂ ਪੁੱਛ ਵੀ ਲਿਓ ਆਪਣੀ ਜਾਣਕਾਰੀ ਵਾਸਤੇ, ਉਹ ਤੁਹਾਨੂੰ ਦੱਸ ਦੇਵੇਗਾ ਵੀ ਐਰਣ ਕਹਿੰਦੇ ਨੇ ਉਸ ਸਿਲ ਨੂੰ ਜੇ ਤੇ ਲੋਹਾ ਰੱਖ ਕੇ ਕੁੱਟਿਆ ਜਾਂਦਾ ਹੈ। ਪਰ ਇੱਥੇ ਐਰਣ ਦਾ ਅਰਥ ਭੱਠੀ ਹੈ, ਕਿਉਂਕਿ ਭੱਠੀ ਦਾ ਸੰਬੰਧ ਲੋਹੇ ਨਾਲ ਹੈ। ਜੇ ਲੋਹੇ 'ਚ ਲੋਹਾ ਭੱਠੀ 'ਚ ਗਰਮ ਹੋਏਗਾ ਤਾਂ ਹੀ ਐਰਣ 'ਤੇ ਰੱਖ ਕੇ ਕੁੱਟਿਆ ਜਾਊ। ਹੁਣ ਇੱਥੇ ਸ਼ਬਦ ਵਰਤਿਆ ਕਾਇਆ ਆਰਣ, ਆੜੀ ਕਾਇਆ ਇਹ ਭੱਠੀ ਆ ਤੇ ਲੋਹਾ ਕੌਣ ਹੈ। ਮਨ ਵਿੱਚ ਲੋਹਾ, ਮਨ ਦੇ ਵਿੱਚ ਲੋਹਾ ਪਿਆ ਵਾ, ਇਸ ਲੋਹੇ ਨੂੰ ਸਾੜਨ ਵਾਸਤੇ ਅੱਗ ਕਿਹੜੀ ਆ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਵਕਾਰਾਂ ਦੀ ਥੱਲੇ ਅੱਗ ਵਲੀ ਜਾਂਦੀ ਆ ਲੋਹੇ ਨੂੰ ਸਾੜਨ ਵਾਸਤੇ, ਲੋਹਾ ਉੱਤੇ ਪਿਆ ਵਾ। ਅੱਛਾ, ਇੱਕ ਲੁਹਾਰ ਕੋਲ ਸੰਨੀ ਹੁੰਦੀ ਆ ਲੋਹੇ ਨੂੰ ਘੁੱਟ ਕੇ ਫੜਨ ਵਾਸਤੇ, ਵੀ ਜੇ ਜਦੋਂ ਘੱਟ ਮੜਾ ਸੜਿਆ ਚੰਗੀ ਤਰ੍ਹਾਂ ਸਾੜਾਂ, ਉਹ ਸੰਨੀ ਕਿਹੜੀ ਆ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ, ਪਾਪਾਂ ਦੇ ਕੋਲੇ ਨੇ। ਅੱਛਾ, ਦੂਜੇ ਕੋਲੇ ਤੇ ਕਈ ਵਾਰੀ ਮੁੱਕ ਵੀ ਜਾਂਦੇ, ਬੰਦਾ ਜਿਵੇਂ ਸਿਲੰਡਰ ਮੁੱਕ ਜਾਂਦਾ, ਆਪਾਂ ਕਹਿੰਦੇ ਗੁਆਂਢੀਆਂ ਘਰੋਂ ਫੜ ਲਿਆ, ਅੱਜ ਕੱਲ੍ਹ ਤਾਂ ਪਾਈਪ ਲਾਈਨਾਂ ਪਾਤੀਆਂ ਅਗਲਿਆਂ ਨੇ। ਕਈ ਵਾਰੀ ਬੰਦਾ ਕੋਲੇ ਗੁਆਂਢੀਆਂ ਘਰੋਂ, ਅੱਗ ਵੀ ਗੁਆਂਢੀਆਂ ਘਰੋਂ ਮੰਗ ਕੇ ਲੈ ਆਉਂਦਾ ਸੀ, ਮੁੱਕ ਜਾਣੀ। ਪਰ ਆ ਪਾਪਾਂ ਦੇ ਕੋਲੇ ਤੇ ਬੰਦੇ ਕੋਲੋਂ ਮੁੱਕਦੇ ਨਹੀਂ, ਦੂਜੇ ਕੋਲੋਂ ਤਾਂ ਲਵੇਗਾ ਜੇ ਮੇਰੇ ਕੋਲ ਘਟਣਗੇ ਤੇ ਪਾਪ ਮਨ ਦੇ ਤਲ ਤੇ ਹੁੰਦਾ, ਤਨ ਦੇ ਤਲ ਤੇ ਨਹੀਂ ਹੁੰਦਾ। ਕਿਸੇ ਜੀਵ ਦਾ ਮਰਨਾ ਪਾਪ ਨਹੀਂ ਹੈ। ਜੇ ਕਿਸੇ ਜੀਵ ਦਾ ਮਰਨਾ ਪਾਪ ਹੈ ਨਾ, ਫਿਰ ਸਭ ਤੋਂ ਵੱਡਾ ਕਿਸਾਨ ਪਾਪੀ ਹੈ, ਤੇ ਕਿਸਾਨ ਤੋਂ ਵੱਡਾ ਉਹ ਪਾਪੀ ਹੈ ਜਿਹਨੇ ਨਦੀਨ ਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਤਿਆਰ ਕੀਤੀਆਂ ਨੇ। ਤੇ ਜੇ ਇੱਦਾਂ ਜੀਵ ਦਾ ਮਰਨਾ ਪਾਪ ਹੈ, ਤੇ ਆਪਾਂ ਰੋਜ਼ ਰਾਤ ਨੂੰ ਕਿੰਨੇ ਮੱਛਰ ਮਾਰਦੇ ਹਾਂ। ਘਰ 'ਚ ਚੂਹਾ ਆ ਜਾਏ ਕੀ ਕਰਦੇ ਹਾਂ ਆਪਾਂ, ਇੱਦਾਂ ਉਹਦੇ ਗਾੜੀ ਹੱਥ ਜੋੜਦੇ ਵੀ ਬਾਹਰ ਚੱਲ ਜਾ, ਪਾਪ ਨਾ ਹੋ ਜੇ। ਬੋਲੋ ਭਾਈ, ਜੇ ਕਿਤੇ ਦੁਕਾਨ 'ਚ ਆਪਣੀ ਗੱਡੀ ਦੀਆਂ ਤਾਰਾਂ ਟੁੱਕ ਜਾਏ, ਚੂਹੇ ਦਾ ਲਿਹਾਜ਼ ਕਰੀਦਾ, ਮਾਰ ਲੱਗਿਆ। ਮੱਛਰ ਰਾਤ ਨੂੰ ਕਿੰਨਾ ਮਾਰੀਦਾ। ਕਿਸੇ ਜੀਵ ਦਾ ਮਰਨਾ ਪਾਪ ਨਹੀਂ ਹੈ, ਪਾਪ ਹੈ ਕਿਸੇ ਬਾਰੇ ਮਾੜਾ ਸੋਚਣਾ। ਜੇ ਜੀਵ ਦਾ ਮਰਨਾ ਪਾਪ ਹੁੰਦਾ, ਦੁਨੀਆ ਦਾ ਕੋਈ ਬੰਦਾ ਕਵੇ ਕਿ ਅੱਜ ਤੱਕ ਮੈਂ ਜੀਵ ਨਹੀਂ ਮਾਰਿਆ, ਜੀਵ ਮਰਨ ਤੋਂ ਬਿਨਾਂ ਤੇ ਅਸੀਂ ਜਿਉਂਦੇ ਰਹਿ ਹੀ ਨਹੀਂ ਸਕਦੇ। ਕਿਉਂਕਿ ਮੈਂ ਜਦੋਂ ਸਵੇਰੇ ਉੱਠ ਕੇ ਪਾਣੀ ਦਾ ਗਲਾਸ ਪੀਣਾ, ਪਤਾ ਨਹੀਂ ਕਿੰਨੇ ਜੀਵ ਮੈਂ ਮਾਰ ਦਿੰਦਾ, ਕਿਉਂਕਿ ਪਹਿਲਾਂ ਪਾਣੀ ਜੀਓ ਹੈ। ਜੇ ਧਰਿਆ
सब कोई जेते दाने जियां बाज रखो। खैर इस बन्ने मैं ना तुरा, कोई समा नहीं, मैं सिर्फ संखेप शब्दों विचार करदा क्योंकि भाई साहब हुणी आ गए आ, उन्होंने भी तुहानूं बाणी दा कीर्तन सरवण कराउणा है। ध्यान नाल सुणिओ हुण। कोयले पाप पापां दे कोले पई जांदे आ, कोयले पाप कोले पापां दे पई जांदे ने, ते मन जलिया कोयले पाप पड़े तेसी ऊपर, मन जलिया ते सड़े होए मन नूं सन्नी चिंत भई। जिवें जिवें लोहे नूं सन्नी ने घुट के फड़िया ना, इत्थे चिंता सन्नी आ जिन्हें मन नूं घुट के फड़िया होया। चिंता दी सन्नी ने घुट के फड़िया, रात नूं 1:30 वजे अख खुल जाती है, दूजे आंदे सौंदे नहीं आ। घर वाली कहती सरदार जी तुहाडी अख खुल गई आ, हुण किद्दां सौवें, जिन्हां नाल ठगी मार के आया, जे उन्हां दे बच्चियां भुੱਖਿਆਂ नूं नींद नहीं आउणी, इहनूं रज्जे नूं नहीं आउणी। जिस अजे भुੱਖਾ बंदा तो फिर भी अख ला लेंदा, ज्यादा रज्जे नूं उच्ची बोलो जी। हुण बंदा दिने ज़्यादा खा पी के रात नूं नींद आउंदी किते नहीं आउंदी, साह नहीं आउंदा, साह नहीं आउंदा। उन्होंने फिर कई बार कहते भी घट खाओ, जिवें डॉक्टर भी अजकल कहते भी जे 10 वजे सोना तो 6-7 वजे तक अपना जो भी है तुसीं हल्का पानी छक लो। हुण बंदा ज़्यादा खा के उधरों सौ जाए फिर तो साह नहीं निकलना। साढ़े उत्थे पिंडां विच कई बार मझां ज़्यादियां खा लैण तो साह निकलदा, पर हार के बजुर्गों ने डांग मारनी भी खाण लग्या मरदी जरूर स्टाला वेख के उदों आफरी गई खाई गई, उदों हुण तेरा साह निकलदा नहीं। तो इदा कई बार बंदा दिने किते विआह पैलस चक्कर चुक्कर मार आवे ना, तो रात को फिर कई बार साह नहीं निकलता, फिर घर वाले भी फिके वो बेचारियां टेंशन च हो जांदियां भी लगदा भी ये सवेरे डॉक्टर नूं फोन करना पैना भी बीपी सरदार साहब दा वध गया। क्योंकि साडा असीं ਜਿਹੜਾ पर रोज़ घर का प्रसाद पानी छकना, सानूं पता हुंदा भी किन्ना मिर्च मसाला। जो आप पैलसां जाना बंदा सोचदा 2100 का सगन पाया, 1800-1900 का तो खा के जावां कम से कम, भी किते वाधू ना परिवार वाल चल जाए। वो फिर सारे स्टाल तो घूम के आउंदा, फिर दूजे नूं आंदा तूं फलाणे बन्ने नहीं गया। हुण साह होऊगा तो बंदा जाऊगा ना उस बन्ने। तो खैर जिहड़ी गल है, मन जलिया सन्नी चिंत भई, मन सड़ रहा वा तो चिंता की सनी ने घुट के फड़िया। अखीरला बंद भया मनूर कंचन फिर होवे। मनूर कहते वो लोहे नूं जिहड़ा लोहा लोहार की भट्ठी चों कढ़ के जोर जोर नाल सट्टां मारीए ना, तो लोहार की भट्ठी ते बुरा जा नहीं सड़िया पिया हुंदा, उहनूं मनूर लोहा कहंदे आ, जिहड़ा किसी भी काम नहीं आउंदा सड़िया। कहंदे बंदिया जे तू बिल्कुल बेकार हो चुका ना वकारां सड़ सड़ के, घबराई ना, मनूर लोहा ते काम नहीं आउणा, पर तू काम आ सकदा जे तैनूं गुरु मिल पवे तां। भया मनूर कंचन फिर होवे, जे गुर मिले तनेहा। जे किते तेनू गुरु मिल पवे ते तेनू मनूर लोहे नूं भी सोना बना सकदा है। एक नाम अमृत ओ देव है। कदी ना कहो नशेड़ी है, कदी ना कहो हुणे सुधर नहीं सकता। पता नहीं बड़े बड़े गैंगस्टर, बड़े बड़े नशेड़ी जिन्होंने परिवार समाज नकार चुका सी, उस गुरु कोलों सिक्ख्या लैके इहो जिहे समाज सुधारक बने, दुनिया लई मिसाल कायम कर गए। ये पता नहीं किहड़े वेले कित्थे किहनूं किद्दां जाग लग जानी है। भया मनूर कंचन फिर होवे, जे गुर मिले तनेहा। एक नाम अमृत ओ देवै, तो नानक तृष्ट सदेहा। ओदी देह फिर वकारां वल्लों रुक जाती है। कदों जे उन्होंने गुरु की प्यारी सिक्ख्या उत्ते तुरन की जाच आ जाए। चित चेतस की नहीं बार वरिया, हर बिसरत तेरे गुण। आओ अपने चित नूं सच ना जोड़िए, तो जिहड़े गुण साड़ी जिंदगी चो असीं ना वरतन करके गलदे जा रहे आ, अपनी जिंदगी 'च गुण पैदा करिए। सारिਆਂ ਦਾ ਧੰਨਵਾਦ। ਰਹਿੰਦੀਆਂ ਵਿਚਾਰਾਂ ਸਵੇਰ ਦੇ ਦੀਵਾਨ ਵਿੱਚ ਆਪਾਂ ਫਿਰ ਸਾਂਝੀਆਂ ਕਰਾਂਗੇ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਪਹੁੰਚ ਚੁੱਕੇ ਆ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਬੜੇ ਪਿਆਰ ਨਾਲ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ। ਇੰਨੀ ਕੀ ਸੇਵਾ ਪ੍ਰਵਾਨ ਕਰਿਓ। ਬਾਕੀ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।